ਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ 12 ਮਾਹਾਂ ਦੇ ਪਾਠ ਵਿੱਚੋਂ ਅੱਜ ਦਾ ਇਹ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਅੰਮ੍ਰਿਤਮਈ ਬਾਣੀ ਦੀ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਅੰਮ੍ਰਿਤਮਈ ਬਚਨਾਂ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਅੱਜ ਦੇ ਅੰਮ੍ਰਿਤਮਈ ਸ਼ਬਦ ਦਾ ਜੋ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 12 ਮਾਹਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 134 ਉੱਪਰ ਸਬਾਈਮਾਨ ਹੈ। 12 ਮਹੀਨਿਆਂ ਦੇ ਵਿੱਚ ਅਸੀਂ ਇਸ ਸਮੇਂ ਦੇ ਦਾਇਰੇ ਵਿੱਚ ਆਪਣੇ ਜੀਵਨ ਦੀ ਇਸ ਯਾਤਰਾ ਨੂੰ ਰੋਜ਼ ਅਸੀਂ ਇਸ ਸਫ਼ਰ ਨੂੰ ਤੈਅ ਕਰ ਰਹੇ ਹਾਂ। ਅਗਰ 12 ਮਹੀਨਿਆਂ ਦੀ ਗੱਲ ਕਰੀਏ ਤਾਂ 2 ਤਰੀਕੇ ਦੇ ਨਾਲ ਅਸੀਂ ਜੁੜਦੇ ਹਾਂ, ਇੱਕ ਅੰਗਰੇਜ਼ੀ ਮਹੀਨੇ ਔਰ ਇੱਕ ਦੇਸੀ ਮਹੀਨੇ। ਹੁਣ ਤਕਰੀਬਨ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਹਰ ਇੱਕ ਨੂੰ ਪਤਾ ਹੈ, ਹਰ ਇੱਕ ਦੀ ਜ਼ੁਬਾਨ ਤੇ ਇਹ 12 ਮਹੀਨਿਆਂ ਦੇ ਨਾਮ ਰਟੇ ਹੋਏ ਨੇ। ਪਰ ਜਿਹੜੇ ਦੇਸੀ ਮਹੀਨੇ ਨੇ ਉਹ ਜਾਂ ਤਾਂ ਬਜ਼ੁਰਗਾਂ ਨੂੰ ਚੇਤੇ ਨੇ, ਕਿਉਂਕਿ ਉਹਨਾਂ ਨੂੰ ਇਹਨਾਂ ਮਹੀਨਿਆਂ ਦੀ ਸੋਝੀ ਹੈ, ਸਮਝ ਹੈ। ਉਹਨਾਂ ਦੀ ਰਸਨਾ ਦੇ ਉੱਤੇ ਇਹ 12 ਮਹੀਨਿਆਂ ਦੇ ਨਾਮ ਰਟੇ ਹੋਏ ਨੇ। ਤੇ ਜਾਂ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੁੜਦਾ ਹੈ, ਜਿਹਨੂੰ ਗੁਰਬਾਣੀ ਦੀ ਸੋਝੀ ਸਮਝ ਹੈ, ਉਹਦੀ ਰਸਨਾ ਦੇ ਉੱਤੇ ਇਹ ਦੇਸੀ ਮਹੀਨਿਆਂ ਦੇ ਨਾਮ ਹੁੰਦੇ ਨੇ। 12 ਮਹੀਨਿਆਂ ਦਾ ਮਤਲਬ 12 ਮਾਹਾਂ। ਸਾਨੂੰ ਇਹ ਗੁਰੂ ਸਾਹਿਬ ਜੀ ਨੇ ਬਾਣੀ ਦਾ ਸਿਰਲੇਖ ਲਿਖ ਕੇ ਇਹ ਪਾਵਨ ਸ਼ਬਦ ਜਿਹੜੇ ਨੇ ਇਹਦਾ ਉਚਾਰਨ ਕਰਦਿਆਂ ਹੋਇਆਂ ਸਾਨੂੰ ਸਤਿਗੁਰੂ ਕੀ ਸਮਝਾਉਣਾ ਚਾਹੁੰਦੇ ਨੇ। ਸਾਡਾ ਗੁਰੂ ਚਰਨਾਂ ਦੇ ਨਾਲ, ਗੁਰੂ ਘਰ ਦੇ ਨਾਲ ਜਾਂ ਸੰਗਤ ਗੁਰਬਾਣੀ ਨਾਲ ਇੱਕ ਦਿਨ ਦਾ ਪਿਆਰ ਨਹੀਂ, ਜਿਹਨੂੰ ਅਸੀਂ ਅੱਜ ਸੰਗਰਾਂਦ ਦਾ ਨਾਮ ਦਿੰਦੇ ਹਾਂ। ਠੀਕ ਹੈ, ਸੂਰਜ ਹੈ, ਰਾਸ਼ੀਆਂ ਨੇ, ਉਸ ਮੁਤਾਬਕ ਜਿਹੜਾ ਇਹ ਚੰਦਰਮਾ ਦਾ ਵਧਣਾ, ਇਹਦਾ ਘਟਣਾ, ਇਹਦਾ ਅਧੂਰਾ ਹੋਣਾ, ਇਹਦਾ ਪੂਰਾ ਹੋਣਾ, ਔਰ ਇੱਕ ਰਾਸ਼ੀ ਨੇ ਦੂਸਰੀ ਰਾਸ਼ੀ ਦੇ ਵਿੱਚ ਤਬਦੀਲ ਹੋਣਾ, ਇਹ ਕੁਝ ਕੁਦਰਤੀ ਨਿਯਮ ਜਿਹੜੇ ਨੇ ਉਹ ਬਣੇ ਹੋਏ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਸ ਦਿਨ ਸੰਗਰਾਂਦ ਹੈ ਉਸ ਦਿਨ ਹੀ ਸਾਡਾ ਗੁਰੂ ਨਾਲ ਪਿਆਰ ਹੈ, ਉਸ ਦਿਨ ਹੀ ਸਾਡੀ ਅਰਦਾਸ ਹੈ। ਅੱਜ ਦਾ ਦਿਨ ਤੁਹਾਨੂੰ ਮੁਬਾਰਕ।
ਪਰ ਸਾਹਿਬ ਜੀ ਕਹਿੰਦੇ ਆ ਇਹ ਦਿਨ ਤੇਰਾ ਜੁੜਨਾ ਇਸ ਤਰ੍ਹਾਂ ਦਾ ਹੋ ਜਾਏ ਕਿ ਹਰ ਦਿਨ ਤੂੰ ਉਸ ਮਾਲਕ ਨਾਲ ਜੁੜ ਜਾਏ, ਹਰ ਘੜੀ ਹਰ ਪਲ ਹਰ ਸਮਾਂ ਤੇਰਾ ਉਸ ਮਾਲਕ ਨਿਰੰਕਾਰ ਦੇ ਨਾਲ ਜੁੜ ਜਾਏ। ਤੇ ਜਦੋਂ ਤੇਰਾ ਇੱਕ ਦਿਨ ਦਾ ਜੁੜਨਾ ਐਸਾ ਹੋਏ ਕਿ ਹਰ ਦਿਨ ਹਰ ਘੜੀ ਹਰ ਥਿਤ ਹਰ ਵਾਰ ਹਰ ਮਹੀਨਾ ਤੂੰ ਉਸ ਨਿਰੰਕਾਰ ਦੇ ਨਾਲ ਜੁੜ ਜਾਏਗਾ ਤਾਂ ਮਹਾ ਦਿਵਸ ਮੂਰਤ ਭਲੇ। ਕਹਿਣ ਲੱਗੇ ਤੇਰੇ ਲਈ ਹਰ ਦਿਨ ਹਰ ਘੜੀ ਹਰ ਪਲ ਹਰ ਸਮਾਂ ਤੇਰੇ ਵਾਸਤੇ ਚੰਗਾ ਹੋ ਜਾਏਗਾ। ਕੋਈ ਦਿਨ ਤੇਰੇ ਵਾਸਤੇ ਮਾੜਾ ਨਹੀਂ ਹੋਏਗਾ, ਕੋਈ ਟਾਈਮ ਕੋਈ ਸਮਾਂ ਤੇਰੇ ਵਾਸਤੇ ਮਾੜਾ ਨਹੀਂ ਹੋਏਗਾ ਜੇ ਤੂੰ ਨਿਰੰਕਾਰ ਨਾਲ ਜੁੜ ਜਾਏ। ਇੱਥੇ ਥੋੜਾ ਸਮਝ ਲੈਣਾ ਕਿਹਨਾਂ ਵਾਸਤੇ ਜਿਹੜੇ ਹਰ ਘੜੀ ਉਸ ਨਿਰੰਕਾਰ ਨਾਲ ਜੁੜੇ ਨੇ, ਉਹਨਾਂ ਲਈ ਤਾਂ ਮਾੜੇ ਸਮੇਂ ਦੇ ਵਿੱਚ ਵੀ ਉਹ ਕਹਿੰਦੇ ਸਾਡੇ ਲਈ ਦੁੱਖ ਵਿੱਚ ਸੁਖ ਮਨਾਈ, ਉਹ ਤਾਂ ਦੁੱਖ ਵਿੱਚ ਵੀ ਸੁਖ ਮਨਾਉਂਦੇ ਨੇ। ਜਿੱਥੇ ਸਾਰੀ ਦੁਨੀਆ ਢਹਿੰਦੀ ਕਲਾ ਵਿੱਚ ਜਾਂਦੀ ਹੈ, ਨਾਮ ਦੇ ਨਾਲ ਜੁੜਿਆ ਹੋਇਆ ਤਾਂ ਉੱਥੇ ਵੀ ਚੜ੍ਹਦੀ ਕਲਾ 'ਚ ਰਹਿੰਦਾ ਹੈ। ਉਹਦੇ ਲਈ ਕੋਈ ਦਿਨ ਕੋਈ ਸਮਾਂ ਘੜੀ ਉਹਦੇ ਵਾਸਤੇ ਮਾੜੀ ਨਹੀਂ, ਕੋਈ ਪਲ ਉਹਦੇ ਲਈ ਮਾੜਾ ਨਹੀਂ। ਉਹ ਕਹਿੰਦਾ ਮੇਰੇ ਲਈ ਤਾਂ ਹਰ ਪਲ ਚੰਗਾ ਹੈ ਜਿਹੜਾ ਉਸ ਮਾਲਕ ਦੀ ਯਾਦ ਨਾਲ ਜੁੜਿਆ ਬਤੀਤ ਹੁੰਦਾ ਹੈ। ਇਸ ਲਈ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਚੇਤ ਵਿੱਚ ਵੀ ਸਮਝਾਇਆ, ਵਿਸਾਖ ਵਿੱਚ ਵੀ ਸਮਝਾਇਆ, ਜੇਠ ਵਿੱਚ ਵੀ ਸਮਝਾਉਂਦੇ ਨੇ ਤੇ ਹਾੜ ਵਿੱਚ ਵੀ, ਸਾਨੂੰ ਅਸਾੜ ਵਿੱਚ ਵੀ ਜਾ ਕੇ ਸਮਝਾਉਣਾ। ਇਹ ਸਾਡੇ ਲੈਸਨ ਨੇ ਜਿਹੜੇ ਅਸੀਂ ਗੁਰੂ ਸਾਹਿਬ ਕੋਲੋਂ ਲੈ ਕੇ ਤੇ ਉਹਦੀ 30 ਦਿਨ ਕਮਾਈ ਕਰਨੀ ਹੈ। ਤੇ ਕਮਾਈ ਕਰਕੇ ਅਸੀਂ ਗੁਰੂ ਸਾਹਿਬ ਨੂੰ ਦੱਸਣਾ ਹੈ ਕਿ ਸਤਿਗੁਰੂ ਜੀ ਜਿਸ ਮੁਕਾਮ ਤੇ ਤੁਸੀਂ ਸਾਨੂੰ ਪਹੁੰਚਾਉਣਾ ਚਾਹੁੰਦੇ ਹੋ ਤੇ ਉਸ ਮੁਕਾਮ ਤੇ ਪਹੁੰਚਣ ਵਾਸਤੇ, ਮੰਜ਼ਿਲ ਤੇ ਪਹੁੰਚਣ ਵਾਸਤੇ ਜੋ ਤੁਸੀਂ ਸਾਨੂੰ ਸਿੱਖਿਆ ਦਿੱਤੀ ਸੀ, ਅਸੀਂ ਉਸ ਸਿੱਖਿਆ ਮੁਤਾਬਕ ਆਪਣੇ ਜੀਵਨ ਨੂੰ ਉਸ ਤਰ੍ਹਾਂ ਦਾ ਬਣਾ ਕੇ ਆਏ ਹਾਂ। ਹੁਣ ਫਿਰ ਸਮਝ ਲੈਣਾ ਕਿ ਗੁਰੂ ਦੀ ਸਿੱਖਿਆ ਦੀ ਸਾਨੂੰ ਲੋੜ ਕਿਉਂ ਪਈ ਤੇ ਗੁਰੂ ਸਾਹਿਬ ਜੀ ਸਾਨੂੰ ਕਿਉਂ ਸਿੱਖਿਆਵਾਂ ਗੁਰਬਾਣੀ ਵਿੱਚੋਂ ਦੀ ਦੇ ਰਹੇ ਨੇ। ਕਿਉਂਕਿ ਅਸੀਂ ਹੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ। ਅਸੀਂ ਆਪਣੀ ਹਾਲਤ ਨੂੰ ਵੇਖ ਕੇ ਤੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮੈਂ ਆਪਣੇ ਕੀਤੇ ਹੋਏ ਕਰਮ ਕਰਕੇ ਉਸ ਮਾਲਕ ਤੋਂ ਵਿਛੜਿਆ ਹਾਂ ਤੇ ਸਰੀਰ ਕਰਕੇ ਨਹੀਂ, ਆਤਮਿਕ ਤਲ ਤੇ। ਜੋ ਜੀਵ ਆਤਮਾ ਇਸ ਸਰੀਰ ਦੇ ਅੰਦਰ ਹੈ, ਜੋ ਇਹ ਜਿੰਦ ਹੈ, ਉਹਦੇ ਕਰਕੇ ਜੋ ਮੈਂ ਆਪਣੇ ਮਾਲਕ ਤੋਂ ਵਿਛੜਿਆ ਹਾਂ, ਹੁਣ ਉਹ ਵਿਛੋੜਾ ਮਿਲਾਪ ਵਿੱਚ ਨਹੀਂ ਬਦਲਦਾ। ਤੇ ਜਿੰਨਾ ਚਿਰ ਮਿਲਾਪ ਨਹੀਂ ਹੋਏਗਾ ਇਹ ਜੰਮਣ ਮਰਨ ਆਵਾਗਮਨ ਦਾ ਦੁੱਖ ਮੈਨੂੰ ਸਹਿਣਾ ਪਏਗਾ। ਇਹ ਦੁੱਖ, ਇਹ ਭਟਕਣਾ ਮੇਰੇ ਜੀਵਨ ਵਿੱਚ ਬਣੀ ਰਹੇਗੀ ਤੇ ਮੈਂ ਥਾਂ ਥਾਂ ਤੇ ਠੋਕਰਾਂ ਖਾਂਦਿਆਂ ਹੋਇਆਂ, ਭਟਕਦਿਆਂ ਹੋਇਆਂ, ਵੱਖ-ਵੱਖ ਜਨਮ ਸੰਸਾਰ ਵਿੱਚ ਵੱਖ-ਵੱਖ ਰੂਪ ਵਿੱਚ ਜਨਮ ਲੈਂਦਿਆਂ ਹੋਇਆਂ ਕਿਤੇ ਜਾ ਕੇ ਮੈਨੂੰ ਇਹ ਮਨੁੱਖਾ ਦੇਹੀ ਨਸੀਬ ਹੋਈ, ਇਹ ਮਨੁੱਖਾ ਜਨਮ ਮੈਨੂੰ ਨਸੀਬ ਹੋਇਆ। ਤੇ ਇੱਥੇ ਆ ਕੇ ਸਮਝ ਆਈ ਕਿ ਅਸਲ ਵਿੱਚ ਕੀਤੇ ਹੋਏ ਕਰਮ ਨੇ ਵਿਛੋੜ ਦਿੱਤਾ। ਤੇ ਕਰਮ ਦੋ ਹੀ ਹੁੰਦੇ ਨੇ, ਇੱਕ ਮਾੜਾ ਤੇ ਇੱਕ ਚੰਗਾ। ਮਾੜੇ ਕਰਮ ਨੇ ਵਿਛੋੜ ਕੇ ਰੱਖ ਦਿੱਤਾ, ਚੰਗੇ ਕਰਮ ਨੇ ਮਿਲਾਉਣਾ ਹੈ। ਤੇ ਮਾੜੇ ਕਰਮ ਜਿਹੜੇ ਨੇ ਇਹ ਸਿੱਖਣ ਦੀ ਲੋੜ ਨਹੀਂ ਪੈਂਦੀ, ਇਹਦੀ ਸਿਖਲਾਈ ਲੈਣ ਦੀ ਲੋੜ ਨਹੀਂ। ਮਾੜੇ ਕਰਮ ਕਰਨ ਵਾਸਤੇ ਤੁਹਾਨੂੰ ਸੰਗਤ ਕਰਨ ਦੀ ਲੋੜ ਨਹੀਂ। ਤੁਸੀਂ ਦੁਨੀਆ ਵਿੱਚ ਜਿਵੇਂ ਜਿਵੇਂ ਵਿਚਰਦੇ ਜਾਓਗੇ ਮਾੜਾ ਅਸਰ, ਮਾੜਾ ਪ੍ਰਭਾਵ ਤੁਹਾਡੇ ਤੇ ਆਪੇ ਹੀ ਪੈਂਦਾ ਰਹੇਗਾ। ਪਰ ਚੰਗਾ ਕਰਮ ਕਰਨ ਵਾਸਤੇ ਸਾਨੂੰ ਸਿੱਖਿਆ ਲੈਣੀ ਪਏਗੀ। ਚੰਗਾ ਕਰਮ ਕਰਨ ਵਾਸਤੇ ਚੰਗਾ ਆਚਰਣ, ਚੰਗਾ ਜੀਵਨ, ਚੰਗੀ ਸੋਚ, ਚੰਗੀ ਵਿਚਾਰ ਬਣਾਉਣ ਵਾਸਤੇ ਸਾਨੂੰ ਚੰਗੇ ਕਰਮ ਕਰਨੇ ਪੈਣਗੇ। ਤੇ ਉਹ ਚੰਗੇ ਕਰਮ ਸਾਨੂੰ ਦੱਸੇਗਾ ਕੌਣ? ਚੰਗੇ ਕਰਮ ਕਰਨ ਦਾ ਗਿਆਨ ਸਾਨੂੰ ਕੌਣ ਦੇਗਾ? ਉਹ ਦੇਗਾ ਪੂਰਾ ਗੁਰੂ।
ਅਗਿਆਨਤਾ ਦਾ ਹਨੇਰਾ ਤਾਂ ਦੁਨੀਆ ਦੇ ਵਿੱਚ ਚਾਰ ਛਫੇਰੇ ਬਣਿਆ, ਪਰ ਜੇ ਗਿਆਨ ਦੀ ਰੋਸ਼ਨੀ ਕਿਸੇ ਨੇ ਦੇਣੀ ਆ ਤਾਂ ਉਹ ਪੂਰੇ ਗੁਰੂ ਨੇ ਦੇਣੀ ਆ। ਇਹੀ ਕਾਰਨ ਹੈ ਕਿ ਅਸੀਂ ਜ਼ਿੰਦਗੀ ਦਾ ਸਮਾਂ ਕੱਢ ਕੇ ਗੁਰੂ ਦਾ ਗਿਆਨ ਵੀ ਲੈਣਾ, ਗੁਰੂ ਦੀ ਬਾਣੀ ਵੀ ਪੜ੍ਹਨੀ, ਸੰਗਤ ਵੀ ਕਰਨੀ, ਸੇਵਾ ਸਿਮਰਨ ਨਾਲ ਜੁੜਨਾ, ਤਾਂ ਕਿ ਸਾਡੇ ਮਾੜੇ ਅਵਗਣ ਜਿਹੜੇ ਨੇ ਇਹਨਾਂ ਤੇ ਪਰਦਾ ਪੈ ਜਾਏ ਜਾਂ ਮਾੜੇ ਅਵਗਣਾਂ ਦਾ ਪ੍ਰਭਾਵ ਸਾਡੇ ਤੋਂ ਖਤਮ ਹੋ ਜਾਏ। ਤੇ ਜਿੰਨਾ ਚਿਰ ਅਵਗਣਾਂ ਦਾ ਪ੍ਰਭਾਵ ਤੁਹਾਡੇ ਤੇ ਪਿਆ, ਤੁਸੀਂ ਚੰਗਾ ਨੇਕ ਕੰਮ ਕਰ ਹੀ ਨਹੀਂ ਸਕਦੇ। ਜਿੰਨਾ ਚਿਰ ਤੁਹਾਡੇ ਮਨ ਉੱਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਅਸਰ ਹੈ, ਤੁਸੀਂ ਕਦੀ ਨੇਕ ਕਰਮ ਕਰੀ, ਤੁਸੀਂ ਇਨਸਾਨ ਹੋ ਕੇ ਇਨਸਾਨ ਵੀ ਨਹੀਂ ਬਣ ਸਕਦੇ। ਇਨਸਾਨ ਹੋ ਕੇ ਇਨਸਾਨੀਅਤ ਵਾਲੇ ਕਰਮ ਵੀ ਨਹੀਂ ਕਰ ਸਕਦੇ ਜੇ ਇਹਨਾਂ ਪੰਜਾਂ ਦਾ ਪ੍ਰਭਾਵ ਤੁਹਾਡੇ ਤੇ ਹੈ। ਤੇ ਜੇ ਅਸੀਂ ਯਤਨ ਕਰੀਏ ਵੀ ਇਹਨਾਂ ਪੰਜਾਂ ਤੋਂ ਮੈਂ ਆਪਣੇ ਆਪ ਛੁਟਕਾਰਾ ਪਾ ਲਾਂ, ਉਹ ਵੀ ਨਹੀਂ ਹੋ ਸਕਦਾ। ਉਹਦੇ ਲਈ ਵੀ ਸਾਨੂੰ ਗੁਰੂ ਦੇ ਗਿਆਨ ਦੀ ਲੋੜ ਹੈ। ਗੁਰੂ ਸਾਹਿਬ ਦੀ ਕਿਰਪਾ ਦਾ ਪਾਤਰ ਬਣਨਾ ਪਏਗਾ। ਆ ਕੇ ਬੇਨਤੀ ਕਰਨੀ ਪਏਗੀ, ਕਾਮ, ਕ੍ਰੋਧ, ਅਰ ਲੋਭ, ਮੋਹ ਬਿਨਸ ਜਾਏ ਅਹਮੇਵਾ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਗੁਰਦੇਵ ਜੀ, ਮੇਰੇ ਤੇ ਪ੍ਰਸਾਦ ਕਿਰਪਾ ਕਰੋ। ਇਹਨਾਂ ਪੰਜਾਂ ਤੋਂ, ਇਹਨਾਂ ਦੇ ਪੰਜਾਂ ਦੇ ਪ੍ਰਭਾਵ ਤੋਂ ਕਿਤੇ ਮੈਂ ਆਪਣੇ ਮਨ ਨੂੰ ਬਚਾ ਲਵਾਂ, ਛੁਡਾ ਲਵਾਂ, ਤਾਂ ਜਾ ਕੇ ਮੈਂ ਇਸ ਇਨਸਾਨੀ ਜਾਮੇ ਵਿੱਚ ਨੇਕ ਕਰਮ ਕਰਕੇ ਮੈਂ ਇਸ ਭਟਕਣਾ ਨੂੰ, ਦੁੱਖ ਨੂੰ ਸਦਾ ਲਈ ਮੁਕਾ ਸਕਦਾ। ਪਰ ਤੁਸੀਂ ਮੈਨੂੰ ਸੋਝੀ ਦੇਣੀ ਹੈ, ਕਿਉਂਕਿ ਮੈਨੂੰ ਇੰਨਾ ਗਿਆਨ ਨਹੀਂ, ਮੇਰੇ ਕੋਲ ਇੰਨੀ ਸੋਝੀ ਨਹੀਂ। ਮੈਂ ਤੇ ਬਸ ਇਹੀ ਕਹਿ ਸਕਦਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮੈਂ ਆਪਣੇ ਕੱਕੇ ਕਿਰਤ ਕਰਮ ਤੋਂ ਵਿਛੜਿਆ ਤਾਂ ਤੁਹਾਡੀ ਕੱਕੇ ਕਿਰਪਾ ਦੇ ਨਾਲ ਮਿਲਣਾ ਹੈ। ਤੇ ਜਦੋਂ ਅਸੀਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਸਾਨੂੰ ਕਿਰਪਾ ਕਰੋ, ਸਾਨੂੰ ਗਿਆਨ ਦਿਓ, ਸੋਝੀ ਦਿਓ, ਸਮਝ ਦਿਓ, ਕਿਵੇਂ ਵਿਛੋੜਾ ਮਿਲਾਪ ਵਿੱਚ ਬਦਲੇਗਾ, ਤਾਂ ਮਹਾਰਾਜ ਜੀ ਕਹਿੰਦੇ ਆ, ਤੇਰੀ ਜ਼ਿੰਦਗੀ ਦੇ ਵਿੱਚ ਵਿਛੋੜੇ ਕਰਕੇ, ਵਿਛੜ ਜਾਣ ਕਰਕੇ ਬਹੁਤ ਦੁੱਖ ਤੇਰੇ ਜੀਵਨ ਵਿੱਚ ਲੱਗ ਗਏ। ਤੇਰਾ ਜੀਵਨ ਦੁੱਖਾਂ ਨਾਲ ਹੀ ਭਰ ਕੇ ਰਹਿ ਗਿਆ। ਨਾ ਤੈਨੂੰ ਬਾਹਰੋਂ ਸੁੱਖ ਨਸੀਬ ਹੋਇਆ, ਨਾ ਇਸ ਘਰ ਦੇ ਅੰਦਰ ਤੈਨੂੰ ਸੁੱਖ ਨਸੀਬ ਹੋਇਆ। ਤੇ ਜੇ ਤੂੰ ਦੁੱਖਾਂ ਦਾ ਮਾਰਿਆ, ਕਿਸੇ ਕੋਲ ਗਿਆ ਵੀ ਆਪਣੇ ਦੁੱਖ ਸੁਣਾਉਣ, ਪਰ ਉਹਨੇ ਅੱਗੋਂ, ਜਿਹਨੂੰ ਤੂੰ ਸੁਣਾਉਣ ਗਿਆ ਸੀ, ਉਹਨੇ ਆਪਣੇ ਅੱਗੋਂ ਆਪਣੇ ਦੁੱਖ ਸੁਣਾ ਦਿੱਤੇ। ਕਿਸ ਪਹਿ ਖੋਲੋਂ ਗੰਠੜੀ ਦੁਖੀ ਭਰ ਆਇਆ। ਤੂੰ ਆਪਣੀ ਗੰਢ ਖੋਲਣ ਗਿਆ ਸੀ ਦੁੱਖਾਂ ਦੀ, ਅੱਗੋਂ ਉਹਨੇ ਆਪਣੀਆਂ ਗੰਢਾਂ ਖੋਲ ਕੇ ਦੱਸ ਦਿੱਤੀਆਂ ਵੀ ਭਰਾਵਾ ਮੈਂ ਤੇ ਤੇਰੇ ਨਾਲੋਂ ਵੀ ਜ਼ਿਆਦਾ ਦੁਖੀ ਹਾਂ। ਸੋਚਿਆ ਸੀ ਕਿ ਮੈਂ ਹੀ ਪਰੇਸ਼ਾਨ, ਮੈਂ ਹੀ ਦੁਖੀ ਹਾਂ, ਪਰ ਜਿਹਦੇ ਕੋਲ ਵੀ ਗਿਆ ਉਹੀ ਦੁਖੀ ਭਰਿਆ ਪਿਆ, ਉਹੀ ਦੁੱਖ ਦੇ ਨਾਲ ਭਰਿਆ। ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਸੁਣਾਉਂਦਾ। ਕਈ ਵਾਰ ਤੁਸੀਂ ਮਹਿਸੂਸ ਕੀਤਾ ਕਿ ਅਸੀਂ ਕਿਸੇ ਦਾ ਦੁੱਖ ਸਾਂਝਾ ਕਰਨ ਲਈ ਕਿਸੇ ਦੇ ਕੋਲ ਜਾਂਦੇ ਹਾਂ, 2 ਮਿੰਟ ਉਹਦੀ ਗੱਲ ਕਰਦੇ ਹਾਂ, ਬਾਕੀ 50 ਮਿੰਟ ਤੇ ਅਸੀਂ ਆਪਣੀਆਂ ਪਰੇਸ਼ਾਨੀਆਂ ਹੀ ਸੁਣਾਉਂਦੇ ਹਾਂ। ਤੇ ਬੰਦਾ ਵੀ ਸੋਚਦਾ ਵੀ ਇਹ ਮੇਰਾ ਦੁੱਖ ਵੰਡਾਉਣ ਆਇਆ ਕਿ ਆਪਣਾ ਸੁਣਾਉਣ ਆਇਆ। ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਕਿ ਆਇਆ ਤੇ ਮੇਰੇ ਦੁੱਖ ਦੀ ਗੱਲ ਕਰਨ ਸੀ, ਪਰ 2 ਮਿੰਟ ਕਰਕੇ 50 ਮਿੰਟ ਆਪਣੀਆਂ ਹੀ ਸੁਣਾ ਕੇ ਚਲਾ ਗਿਆ। ਇਹਦਾ ਮਤਲਬ ਕਿ ਹਰ ਮਨੁੱਖ ਜਿਹੜਾ ਹੈ ਉਹ ਦੁੱਖ ਦੇ ਨਾਲ ਅੰਦਰ ਭਰਿਆ। ਅਸੀਂ ਸੁੱਖ ਚਾਹੁੰਦੇ ਹਾਂ, ਖੁਸ਼ੀ ਚਾਹੁੰਦੇ ਹਾਂ, ਆਨੰਦ ਚਾਹੁੰਦੇ ਹਾਂ, ਖੇੜਾ ਚਾਹੁੰਦੇ ਹਾਂ, ਤੇ ਜਿਹੜੀਆਂ ਖੁਸ਼ੀਆਂ ਆਪਣੇ ਤਰੀਕੇ ਨਾਲ ਪਾਉਣਾ ਚਾਹੁੰਦੇ ਹਾਂ ਉਹ ਸਾਡੀਆਂ ਅਸਲ ਖੁਸ਼ੀਆਂ ਨਹੀਂ। ਇਸ ਲਈ ਸਾਨੂੰ ਗੁਰੂ ਦੀ ਲੋੜ ਹੈ। ਗੁਰੂ ਦੇ ਦੁਆਰੇ ਆਏ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਤਾਂ ਮਹਾਰਾਜ ਨੇ ਵੇਖਿਆ ਵੀ ਜਿਹੜਾ ਮਨੁੱਖ ਅੱਜ ਪਰੇਸ਼ਾਨੀਆਂ ਤੇ ਦੁੱਖਾਂ ਨਾਲ ਭਰਿਆ ਪਿਆ ਹੈ, ਅਸਲ ਵਿੱਚ ਇਹਦਾ ਜੁੜਨਾ ਹੀ ਗਲਤ ਹੋ ਗਿਆ। ਇਹਨੂੰ ਜਿਹਦੇ ਨਾਲ ਜੁੜਨਾ ਚਾਹੀਦਾ ਸੀ ਉਹਦੇ ਨਾਲ ਇਹ ਜੁੜਿਆ ਨਹੀਂ। ਤੇ ਜਿੱਦਾਂ ਜਿੱਦਾਂ ਕਿਸੇ ਨੇ ਮੱਤ ਦੇ ਦਿੱਤੀ, ਬਸ ਉਹਦੀ ਮੱਤ ਮਗਰ ਲੱਗ ਕੇ ਬਸ ਜਿੱਦਾਂ ਕਿਸੇ ਨੇ ਕਿਹਾ ਉਦਾਂ ਹੀ ਜੁੜਦਾ ਗਿਆ। ਅੱਜ ਦੇਖੋ ਦੁਨੀਆ ਕਿਹਦੇ ਕਿਹਦੇ ਨਾਲ ਨਹੀਂ ਜੁੜੀ ਹੋਈ।
ਜੇ ਨਹੀਂ ਜੁੜੀ ਤਾਂ ਇੱਕ ਨਿਰੰਕਾਰ ਨਾਲ ਨਹੀਂ ਜੁੜੀ। ਸੰਸਾਰ ਦੇ ਨਾਲ ਤਾਂ ਸੰਸਾਰੀ ਜੀਵ ਜੁੜੇ ਹੀ ਹੋਏ ਨੇ। ਕੋਈ ਕਿਸੇ ਨਾਲ ਜੁੜ ਗਿਆ, ਕੋਈ ਕਿਸੇ ਨਾਲ ਜੁੜ ਗਿਆ, ਕੋਈ ਕਿਸੇ ਨਾਲ ਜੁੜ ਗਿਆ, ਪਰ ਜੁੜਨਾ ਤੇ ਅਸੀਂ ਨਿਰੰਕਾਰ ਨਾਲ ਸੀ। ਜੁੜਨਾ ਤੇ ਅਸੀਂ ਸਿਰਜਣਹਾਰ, ਜਿਹੜਾ ਪਾਲਣਹਾਰ ਸਾਡਾ ਸੀ, ਜਿਹੜਾ ਅਸਲ ਸਾਡੀ ਜ਼ਿੰਦਗੀ ਦਾ ਮਾਲਕ, ਸਾਡੀ ਜ਼ਿੰਦਗੀ ਦਾ ਸਾਈਂ ਸੀ, ਸੁਆਮੀ ਜਿਹੜਾ ਅਸਲ ਵਿੱਚ ਸੀ, ਅਸੀਂ ਉਹਦੇ ਨਾਲ ਜੁੜਨਾ ਸੀ। ਪਰ ਸਾਨੂੰ ਮੱਤ ਦੇ ਦਿੱਤੀ ਗਈ ਕਿ ਤੂੰ ਫਲਾਣੇ ਨਾਲ ਜੁੜਨਾ, ਤੂੰ ਫਲਾਣੇ ਨਾਲ ਜੁੜਨਾ, ਤੂੰ ਉਹਦੇ ਨਾਲ, ਤੂੰ ਉਹਦੇ ਨਾਲ। ਬਸ ਜਿੱਦਾਂ ਕਿਸੇ ਨੇ ਮੱਤ ਦਿੱਤੀ ਉਦਾਂ ਹੀ ਜੁੜ ਗਏ ਅਸੀਂ। ਹੁਣ ਪੂਰੇ ਗੁਰੂ ਕੋਲ ਜਦੋਂ ਆ ਕੇ ਅਸੀਂ ਸੋਝੀ ਲੈਣ ਦਾ ਯਤਨ ਕੀਤਾ, ਸਮਝ ਗੁਰੂ ਸਾਹਿਬ ਕੋਲ ਆ ਕੇ ਅਸੀਂ ਜਦੋਂ ਲਈ ਤੇ ਬੇਨਤੀ ਕੀਤੀ ਕਿ ਸਾਨੂੰ ਸੰਸਾਰ ਦੀ ਸਮਝ, ਮੜੀਆਂ, ਮਸਾਣਾ, ਇਹ ਜਿੰਨੇ ਵੀ ਇਹ ਧਾਗੇ, ਤਵੀਤ, ਨਗ, ਇਹ ਜਿੰਨੇ ਵੀ ਥਾਂ, ਡੇਰੇ, ਦੇਹ ਧਾਰੀ, ਇਹ ਸਾਰਿਆਂ ਦੀ ਸਮਝ ਆ ਗਈ, ਪਰ ਸਾਨੂੰ ਹਜੇ ਤੱਕ ਇੱਕ ਨਿਰੰਕਾਰ ਦੀ ਸਮਝ ਨਹੀਂ ਆਈ। ਤੇ ਜਿੰਨੀਆਂ ਵੀ ਥਾਵਾਂ ਤੇ ਅਸੀਂ ਜੁੜੇ, ਸਾਨੂੰ ਨਿਰੰਕਾਰ ਦੀ ਗੱਲ ਕਿਸੇ ਨੇ ਸਮਝਾਈ ਨਾ। ਆਪਣੇ ਆਪਣੇ ਨਾਲ ਹੀ ਹਰ ਇੱਕ ਨੇ ਜੋੜ ਲਿਆ। ਇਸ ਲਈ ਗੁਰਾ ਇੱਕ ਦੇਹ ਬੁਝਾਈ, ਇੱਕ ਬਸ ਇੱਕੋ ਗੱਲ ਮੈਨੂੰ ਬੁਝਾ ਸਮਝਾ ਦੇ, ਬਾਕੀ ਤੇ ਮੈਂ ਸਮਝਿਆ ਹੀ ਹੋਇਆ। ਬਾਕੀ ਗੱਲਾਂ ਤੇ ਮੈਨੂੰ ਸਮਝ ਵਿੱਚ ਆ ਗਈਆਂ ਕਿ ਇੱਕ ਦਰਖਤ ਹੇਠਾਂ ਦੀਵਾ ਕਿਵੇਂ ਬਾਲਣਾ ਹੈ, ਧਾਗਾ ਕਿਵੇਂ ਬੰਨਣਾ ਹੈ, ਕਿਸੇ ਮੜੀ ਤੇ ਕਿਵੇਂ ਜਾਣਾ, ਮਸਾਣ ਤੇ ਕਿਵੇਂ ਜਾਣਾ, ਦਰਿਆਵਾਂ ਤੇ ਜਾ ਕੇ ਕੀ ਕੁਝ ਰੋੜਨਾ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਐਤਵਾਰ ਤੱਕ ਕੀ ਕਰਨਾ, ਉਹ ਸਾਰੀ ਸਮਝ ਆ ਗਈ। ਪਰ ਫਿਰ ਵੀ ਜੀਵਨ ਦਾਮਨ ਦੁੱਖਾਂ ਨਾਲ ਭਰਿਆ ਪਿਆ। ਫਿਰ ਵੀ ਵਿਛੋੜਾ ਮਿਲਾਪ ਵਿੱਚ ਨਹੀਂ ਬਦਲ ਰਿਹਾ। ਹੁਣ ਅਸੀਂ ਮਿਲਣਾ ਕਿਸੇ ਨੂੰ ਚਾਹੁੰਦੇ ਹਾਂ, ਪਰ ਰਾਹ ਕਿਸੇ ਹੋਰ ਤੁਰੇ ਹੋਏ ਹਾਂ। ਜਾਣਾ ਅਸੀਂ ਪੂਰਬ ਨੂੰ ਹੈ ਤੇ ਚੱਲ ਅਸੀਂ ਪੱਛਮ ਨੂੰ ਰਹੇ ਹਾਂ। ਵਿਛੋੜਾ ਘਟੇਗਾ ਕਿ ਵਧੇਗਾ ਦੱਸੋ? ਜਿਹੜੀ ਸਾਡੀ ਮੰਜ਼ਿਲ ਹੈ ਉਹ ਪੂਰਬ ਨੂੰ ਹੈ, ਜਾ ਅਸੀਂ ਪੱਛਮ ਨੂੰ ਰਹੇ ਹਾਂ। ਫਾਸਲਾ ਘਟੇਗਾ ਕਿ ਵਧੇਗਾ? ਜਿੰਨਾ ਫਾਸਲਾ ਪਹਿਲਾਂ ਸੀ ਉਹਦੇ ਨਾਲੋਂ ਹੋਰ ਵੱਧ ਗਿਆ, ਕਿਉਂਕਿ ਅਸੀਂ ਉਲਟ ਦਿਸ਼ਾ ਵੱਲ ਚੱਲ ਪਏ। ਸਾਨੂੰ ਜਾਣਾ ਕਿਸ ਪਾਸੇ? ਅਸੀਂ ਜਾਣਾ ਸੀ ਨਿਰੰਕਾਰ ਵਾਲੇ ਪਾਸੇ। ਅਸੀਂ ਸੰਸਾਰ ਵੱਲ ਮੁੱਖ ਕਰਕੇ ਚੱਲੇ। ਜਿਹੜਾ ਵਿਛੋੜਾ ਸੀ, ਮੰਨ ਲਓ 4 ਕਦਮਾਂ ਦਾ ਫਾਸਲਾ ਸੀ, ਹੁਣ 1000 ਕਦਮਾਂ ਦਾ ਹੋ ਗਿਆ, ਕਿਉਂਕਿ ਮੱਤ ਐਸੀ ਮਿਲ ਗਈ ਨਾ। ਉਸ ਮੱਤ ਨੇ ਤਾਂ ਇਹ ਫਾਸਲਾ ਹੋਰ ਵਧਾ ਕੇ ਰੱਖ ਦਿੱਤਾ। ਹੁਣ ਸਮਝ ਵਿੱਚ ਆਈ ਕਿ ਜੇ ਇਹ ਫਾਸਲਾ ਕੋਈ ਘਟਾ ਕੇ, ਜੇ ਕੋਈ ਵਿਛੋੜੇ ਨੂੰ ਮਿਲਾਪ ਵਿੱਚ ਬਦਲ ਸਕਦਾ, ਕਿਉਂਕਿ ਪਹਿਲਾਂ ਸੁਣਿਆ ਨਾ, ਗੁਰਦੁਆਰੇ ਬਾਰੇ ਸੁਣਿਆ, ਗੁਰੂ ਸਾਹਿਬ ਦੀ ਬਾਣੀ ਬਾਰੇ ਸੁਣਿਆ, ਗੁਰੂ ਘਰ ਦੀਆਂ ਸੇਵਾਵਾਂ ਬਾਰੇ ਸੁਣਿਆ, ਸੰਗਤ ਬਾਰੇ ਸੁਣਿਆ, ਤੇ ਜਦੋਂ ਇੱਕ ਦਿਨ ਸੁਣਿਆ ਫਿਰ ਖਿੱਚ ਪੈਦਾ ਹੋਈ ਵੀ ਜਾ ਕੇ ਦੇਖਣਾ ਚਾਹੀਦਾ। ਭਾਈ ਲਹਿਣਾ ਜੀ ਸਿੱਧਾ ਤਾਂ ਨਹੀਂ ਗੁਰੂ ਨਾਨਕ ਸਾਹਿਬ ਕੋਲ ਆ ਗਏ, ਪਹਿਲਾਂ ਸੁਣਿਆ ਹੈ। ਗੁਰੂ ਅਮਰਦਾਸ ਜੀ ਸਿੱਧਾ ਹੀ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਨਹੀਂ ਆ ਗਏ, ਪਹਿਲਾਂ ਸੁਣਿਆ ਹੈ। ਤੇ ਜਦੋਂ ਸੁਣ ਕੇ ਵੈਸਾ ਹੀ ਪਾਇਆ ਤੇ ਉੱਥੇ ਆਨੰਦ ਹੋਰ ਬਣ ਗਿਆ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਕੀ ਸੁਣਿਆ ਸੀ? ਕਿ ਉੱਥੇ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉੱਥੇ ਬੜੇ ਬੜੇ ਰੋਗ ਨਾਸ਼ ਹੋ ਜਾਂਦੇ ਨੇ। ਪਰਮੇਸ਼ਵਰ ਨੇ ਗੁਰੂ ਨੂੰ ਐਸਾ ਇੱਕ ਬਖਸ਼ਿਸ਼ਾਂ ਦਾ ਖਜ਼ਾਨਾ ਦਿੱਤਾ ਹੈ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਂ। ਇਹ ਸੁਣਿਆ ਸੀ ਕਿ ਉੱਥੇ ਬੜੇ ਬੜੇ ਰੋਗ ਕੱਟੇ ਜਾਂਦੇ ਨੇ, ਪਰ ਹੁਣ ਜਦੋਂ ਆਏ ਤੇ ਪਤਾ ਲੱਗਾ ਕਿ ਗੁਰੂ ਜੈਸਾ ਸੁਣਿਆ ਸੀ ਵੈਸਾ ਹੀ ਪਾਇਆ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ। ਗੁਰੂ ਕੀ ਕਰਦਾ ਹੈ? ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਨੇ ਸਤਿਗੁਰੂ ਕੋਲ ਗਿਆਨ ਲੈ ਕੇ ਧੁਰ ਦਾ ਪੱਲਾ ਪਕੜ ਲਿਆ। ਅਸੀਂ ਜਿਨ੍ਹਾਂ ਦਾ ਪੱਲਾ ਪਕੜਿਆ ਉਹ ਤੇ ਅਧੂਰੇ ਨਿਕਲੇ।
ਜਿਨ੍ਹਾਂ ਜਿਨ੍ਹਾਂ ਦਾ ਦਾਮਨ ਅਸੀਂ ਪਕੜ ਕੇ ਚੱਲੇ ਸੀ ਉਹ ਤਾਂ ਰਾਹ ਵਿੱਚ ਹੀ ਮਿਟ ਗਏ, ਰਾਹ ਵਿੱਚ ਹੀ ਰੁਕ ਗਏ, ਉਹਨਾਂ ਦੇ ਕਦਮ ਦੇ ਨਿਸ਼ਾਨ ਵੀ ਦੁਨੀਆ 'ਚ ਮਿਟ ਗਏ, ਮੇਰਾ ਸਫ਼ਰ ਅਧੂਰਾ ਰਹਿ ਗਿਆ। ਹੁਣ ਜੈਸਾ ਸਤਿਗੁਰੂ ਬਾਰੇ ਸੁਣਿਆ ਤੇ ਸਤਿਗੁਰੂ ਕੋਲ ਆ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਤੇ ਫਿਰ ਗੁਰੂ ਦੇ ਗਿਆਨ ਦਾ ਪੱਲਾ ਪਕੜ ਕੇ ਫਿਰ ਜਾ ਕੇ ਕਿਤੇ ਮੁਕੰਮਲ ਮੰਜ਼ਲ ਦੀ ਪ੍ਰਾਪਤੀ ਹੁੰਦੀ ਹੈ। ਤੋ ਗੱਲ ਕਰ ਰਿਹਾ ਸੀ ਕਿ ਗੁਰੂ ਕੋਲ ਆਏ, ਸੰਸਾਰ ਦੀ ਸੋਝੀ ਤਾਂ ਹੈ, ਸਮਾਜ ਦੀ ਸੋਝੀ ਤਾਂ ਹੈ, ਪਰ ਇੱਕ ਨਿਰੰਕਾਰ ਦੀ ਸੋਝੀ ਨਹੀਂ। ਇੱਕੋ ਗੱਲ ਇੱਥੇ ਸਮਝਣੀ ਸੀ, ਸਾਨੂੰ ਬਹੁਤੀਆਂ ਗੱਲਾਂ ਸਮਝਣ ਦੀ ਲੋੜ ਨਹੀਂ ਸੀ। ਬਸ ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਆ ਇੱਕ ਗੱਲ ਗੁਰੂ ਸੀ ਬਾਣੀ ਵਿੱਚੋਂ ਆਪਾਂ ਸਮਝਣੀ ਸੀ, ਕਿਉਂਕਿ ਸਾਡਾ ਮੂਲ ਕਾਰਨ ਦੁੱਖ ਦਾ ਕੀ ਹੈ? ਵਿਛੜਨਾ, ਵਿਛੋੜਾ। ਅਸੀਂ ਜਿੰਦ ਕਰਕੇ ਉਸ ਮਾਲਕ ਤੋਂ ਵਿਛੜੇ ਆ, ਤੇ ਗੁਰੂ ਸਾਹਿਬ ਜੀ ਕਹਿੰਦੇ ਆ ਥੋੜੀ ਮਿਹਨਤ ਕਰਨੀ ਪਏਗੀ, ਥੋੜੀ ਮਸ਼ੱਕਤ, ਥੋੜੀ ਘਾਲਣੀ ਪਏਗੀ। ਤੇ ਜਿਹਨੂੰ ਦੁੱਖ, ਹੁਣ ਜਿਵੇਂ ਜਿਹਨੂੰ ਕੋਈ ਭਿਆਨਕ ਬਿਮਾਰੀ ਲੱਗੀ ਹੋਵੇ ਤੇ ਡਾਕਟਰ ਕਹਿੰਦੇ ਨੇ ਵੀ ਤੈਨੂੰ ਆਹ ਦਵਾਈ ਜਿਹੜੀ ਹੈ ਖਾਣੀ ਪਏਗੀ, ਹੈ ਤਾਂ ਥੋੜੀ ਜ਼ਿਆਦਾ ਪਰ ਤੈਨੂੰ ਖਾਣੀ ਪਏਗੀ, ਇੰਜੈਕਸ਼ਨ ਤੈਨੂੰ ਦਿਹਾੜੀ ਵਿੱਚ 2 ਲਾਉਣੇ ਪੈਣਗੇ, ਤੇ ਬੰਦਾ ਮਰਦਾ ਕੀ ਨਹੀਂ ਕਰਦਾ? ਉਹ ਕਹਿੰਦਾ ਡਾਕਟਰ ਸਾਹਿਬ ਭਾਵੇਂ 3 ਲਾ ਦਿਓ, ਆਰਾਮ ਆਉਣਾ ਚਾਹੀਦਾ, ਭਾਵੇਂ 2 ਗੋਲੀਆਂ ਵੱਧ ਦੇ ਦਿਓ, ਆਰਾਮ ਆਉਣਾ ਚਾਹੀਦਾ। ਤੇ ਜੇ ਸਾਨੂੰ ਸਮਝ ਆ ਜਾਏ ਕਿ ਅਸੀਂ ਮਾਲਕ ਦੇ ਦਰ ਤੋਂ ਬਹੁਤ ਜਨਮ ਵਿਛਰੇ ਥੇ ਮਾਧੋ, ਤੇ ਫਿਰ ਅਸੀਂ ਕਹਾਂਗੇ ਮਹਾਰਾਜ ਜੀ ਜਿਹੜੀ ਘਾਲਣਾ ਤੁਸੀਂ ਘਾਲਣ ਨੂੰ ਕਹੋਗੇ ਅਸੀਂ ਘਾਲਾਂਗੇ, ਜੋ ਮਿਹਨਤ ਕਰਨ ਨੂੰ ਕਹੋਗੇ ਕਰਾਂਗੇ, ਜੋ ਮਸ਼ੱਕਤ ਕਹੋਗੇ ਕਰਾਂਗੇ। ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਤੇ ਅੰਮ੍ਰਿਤ ਵੇਲਾ ਸੰਭਾਲ। ਸਭ ਤੋਂ ਵੱਡੀ ਮੁਸ਼ਕਲ ਤੇਰੇ ਜੀਵਨ ਵਿੱਚ ਇਹੀ ਹੈ ਕਿ ਅੰਮ੍ਰਿਤ ਵੇਲਾ ਤੇਰੇ ਕੋਲ ਸੰਭਲਦਾ ਨਹੀਂ, ਪਰ ਜਿਹੜੇ ਸੰਭਾਲਦੇ ਆ ਉਹਦੀ ਕਿਰਪਾ ਨਾਲ ਮੁਬਾਰਕ ਹੈ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਨੇ ਸੰਭਾਲ ਲਿਆ। ਸਾਹਿਬ ਜੀ ਕਹਿੰਦੇ ਆ ਫਿਰ ਤੂੰ ਨਾਮ ਦਾ ਅਭਿਆਸ ਕਰ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ। ਉਹਨਾਂ ਦੀ ਮਸ਼ੱਕਤ, ਉਹਨਾਂ ਦੀ ਘਾਲਣਾ ਸਫਲ ਹੋ ਗਈ। ਹੁਣ ਗੁਰੂ ਸਾਹਿਬ ਨੇ ਸਾਨੂੰ ਚੇਤ ਵਿੱਚ ਵੀ ਇੱਕ ਲੈਸਨ ਦਿੱਤਾ, ਵਿਸਾਖ ਵਿੱਚ ਵੀ ਸਾਨੂੰ ਇੱਕ ਲੈਸਨ ਦਿੱਤਾ, ਤੇ ਜਿਹੜੇ ਤੱਕ ਕਮਾ ਕੇ ਆਏ, ਜਿਨ੍ਹਾਂ ਨੇ ਇੱਕ ਦਿਨ ਸਿਰਫ ਸੁਣਿਆ ਨਹੀਂ ਸੀ ਕਿ ਇੱਕ ਦਿਨ ਬਸ ਵਿਸਾਖ ਚੇਤ ਸੁਣਿਆ ਤੇ ਚਲੋ ਹੁਣ ਅਗਲੇ 30 ਦਿਨਾਂ ਬਾਅਦ ਵੇਖਾਂਗੇ, ਨਹੀਂ, ਜਿਨ੍ਹਾਂ ਨੇ ਤਾਂ ਹਰ ਦਿਨ, ਹਰ ਘੜੀ, ਹਰ ਪਲ ਕਮਾਇਆ, ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਕਹਿੰਦੇ ਉਹ ਤਾਂ ਬੜੇ ਚਾਉ ਨਾਲ, ਖੁਸ਼ੀ ਨਾਲ ਭਿੱਜੇ ਆਏ ਕਿ ਸਤਿਗੁਰੂ ਜੀ ਇੱਕ ਅਸੀਂ ਪੜਾ ਆਪਣਾ ਪਾਰ ਕਰ ਲਿਆ, ਹੁਣ ਤੁਸੀਂ ਸਾਨੂੰ ਕਿਰਪਾ ਕਰੋ, ਅਗਲਾ ਪੜਾ ਕਿਵੇਂ ਪਾਰ। ਗੇਮ ਹੁੰਦੀ ਹੈ ਨਾ, ਬਸ ਇਹ ਇੱਕ ਸੰਸਾਰ ਦੀ ਖੇਡ ਹੈ। ਇਸ ਖੇਡ ਵਿੱਚੋਂ ਇੱਕ ਇੱਕ ਪੜਾ ਨੂੰ ਅਸੀਂ ਪਾਰ ਕਰਕੇ ਪਹੁੰਚਣਾ ਕਿੱਥੇ ਹੈ? ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ, ਉੱਥੇ ਤੱਕ ਪਹੁੰਚਣਾ। ਪਰ ਫਿਰ ਦਾਮਨ ਵੀ ਸਾਨੂੰ ਸੱਜਣ ਦਾ ਪਕੜਨਾ ਪਏਗਾ, ਪੱਲਾ ਵੀ ਸਾਨੂੰ ਉਹਦਾ ਪਕੜਨਾ ਪਏਗਾ। ਫਿਰ ਬੇਨਤੀ ਕਰਦੇ ਹਾਂ, ਅਸੀਂ ਜਾਣਾ ਚਾਹੁੰਦੇ ਹਾਂ ਪੂਰਬ ਨੂੰ, ਚੱਲ ਪੱਛਮ ਨੂੰ ਰਹੇ ਹਾਂ। ਅਸੀਂ ਜਾਣਾ ਨਿਰੰਕਾਰ ਨੂੰ ਹੈ, ਮਿਲਣਾ ਨਿਰੰਕਾਰ ਨੂੰ ਹੈ, ਪਰ ਜੁੜੇ ਸੰਸਾਰ ਨਾਲ ਹੀ ਹੋਏ ਹਾਂ। ਇਸ ਲਈ ਸਾਨੂੰ ਸਮਝਣਾ ਪਏਗਾ। ਤੋ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਆਖਿਆ, ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਦਾ ਅਰਥ ਹੈ ਹਰੀ, ਪਰਮੇਸ਼ਵਰ, ਜਿਹੜਾ ਸਾਡੇ ਸਾਰੇ ਜੀਆਂ ਦਾ ਮਾਲਕ ਹੈ। ਜੇ ਉਹ ਸਾਰੇ ਜੀਆਂ ਦਾ ਮਾਲਕ ਹੈ ਤਾਂ ਇਹਦਾ ਮਤਲਬ ਉਹ ਜੇਠ ਹੈ। ਜੇਠ ਦਾ ਅਰਥ ਹੁੰਦਾ ਵੱਡਾ। ਜੇਠ ਸ਼ਬਦ ਆਪਾਂ ਆਮ ਰਿਸ਼ਤੇ ਵਿੱਚ ਵੀ ਵਰਤਦੇ ਹਾਂ, ਉੱਥੇ ਵੀ ਜਿਹੜਾ ਵੱਡਾ ਹੋਵੇ ਉਹਨੂੰ ਕਹਿੰਦੇ ਆ ਇਹ ਜੇਠ ਹੈ। ਜਾਂ ਘਰ ਦੇ ਵਿੱਚ ਜਦੋਂ ਪਹਿਲੀ ਔਲਾਦ ਹੋਵੇ ਤੇ ਅਸੀਂ ਕਹਿੰਦੇ ਆ ਇਹ ਜੇਠਾ ਪੁੱਤਰ ਹੈ, ਭਾਵ ਇਹ ਵੱਡਾ ਹੈ। ਜੇਠ ਪੁੱਤਰ ਵੀ ਹੁੰਦਾ ਹੈ, ਜੇਠ ਰਿਸ਼ਤਾ ਵੀ ਹੁੰਦਾ ਹੈ, ਤੇ ਜੇਠ ਦਾ ਅਰਥ ਜੇ ਆਪਾਂ ਕਰੀਏ ਤੇ ਵੱਡਾ। ਕਹਿਣ ਲੱਗੇ ਜਿਹੜਾ ਸਭ ਤੋਂ ਵੱਡਾ ਹੈ ਪਰਮੇਸ਼ਵਰ,
ਜਿਹਦੀ ਬਰਾਬਰੀ ਦੁਨੀਆ ਵਿੱਚ ਕੋਈ ਵੀ ਨਹੀਂ ਕਰ ਸਕਦਾ। ਵੱਡੇ ਤੋਂ ਵੱਡੇ ਦੁਨੀਆ 'ਚ ਬੈਠੇ ਨੇ, ਉਹਨਾਂ ਦੀ ਬਕਾਇਦਾ ਸਾਲ ਬਾਅਦ ਗਿਣਤੀ ਵੀ ਹੋ ਜਾਂਦੀ ਹੈ ਵੀ ਇੰਨੇ ਵੱਡੇ ਵੱਡੇ ਲੋਕ ਦੁਨੀਆ ਦੇ ਵਿੱਚ ਬੈਠੇ ਨੇ, ਪਰ ਮਾਫ ਕਰਨਾ ਸਭ ਤੋਂ ਵੱਡਾ ਤੇ ਇੱਕੋ ਹੀ ਹੈ। ਉਹਦੇ ਤੋਂ ਬਿਨਾਂ ਤੇ ਦੂਜਾ ਤੀਆ ਹੋਰ ਕੋਈ ਹੈ ਹੀ ਕੋਈ ਨਹੀਂ ਹੈ। ਤਾਂ ਹੀ ਤਾਂ ਇੱਕ ਓੰਕਾਰ ਨਾਲ ਜੋੜਿਆ। ਇੱਕ ਓੰਕਾਰ ਨਾਲ ਜੋੜਦਿਆਂ ਇੱਕ ਓੰਕਾਰ, ਅਸੀਂ ਇੱਕ ਨੂੰ ਵੱਖਰਾ ਕਰਨਾ ਹੈ। ਕਹਿਣ ਲੱਗੇ ਉਸ ਇੱਕ ਤੋਂ ਜਿਹੜਾ ਆ ਸਾਰਾ ਆਕਾਰ ਬਣਿਆ ਹੈ, ਅਸੀਂ ਉਹ ਇੱਕ ਨਾਲ ਜੁੜਨਾ ਹੈ। ਕਹਿੰਦੇ ਜਿਹੜਾ ਜੇਠ ਸਭ ਤੋਂ ਵੱਡਾ ਤੁਧ ਬਿਨ ਦੂਜਾ, ਨਾਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ। ਜਿਹੜਾ ਸਾਰੀ ਦੁਨੀਆ ਦਾ ਸਭ ਤੋਂ ਵੱਡਾ ਮਾਲਕ ਹੈ, ਪਰ ਅਸੀਂ ਭੁਲੇਖੇ ਖਾ ਕੇ ਆਪਣੇ ਆਪਣੇ ਜਠੇਰੇ ਬਣਾ ਲਏ। ਅਸੀਂ ਆਪਣੇ ਆਪਣੇ ਜਠੇਰੇ ਬਣਾ ਕੇ ਜੁੜ ਗਏ। ਜਿਹੜਾ ਸਭ ਤੋਂ ਵੱਡਾ ਜੇਠ ਸੀ ਉਹ ਭੁੱਲ ਹੀ ਗਿਆ ਸਾਨੂੰ। ਲੋੜੀ ਹੈ, ਲੋੜੀ ਹੈ ਦਾ ਅਰਥ ਹੈ ਤੇਰੀ ਲੋੜ ਹੈ, ਤੇਰੀ ਜ਼ਰੂਰਤ ਹੈ। ਅਸੀਂ ਹਰ ਇੱਕ ਨਾਲ ਤਾਂ ਜੁੜ ਗਏ, ਪਰ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਨਹੀਂ ਜੁੜੇ। ਸਾਹਿਬ ਕਹਿੰਦੇ ਤੇਰੀ ਅੱਜ ਲੋੜ ਹੈ, ਤੂੰ ਉਹਦੇ ਨਾਲ ਜੁੜ ਜਿਹੜਾ ਹਰ ਜੇਠ ਦੇ ਰੂਪ ਵਿੱਚ ਹੈ। ਲੋੜੀ ਹੈ ਦਾ ਅਰਥ ਜੇ ਆਪਾਂ ਕਰਾਂਗੇ ਕਿ ਲੋੜੀ ਹੈ, ਤੇਰੀ ਅੱਜ ਉਹ ਲੋੜ, ਤੇਰੀ ਅੱਜ ਜ਼ਰੂਰਤ ਹੈ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਜਿਹਦੇ ਅੱਗੇ ਸਾਰੀ ਦੁਨੀਆ ਨਿਭਦੀ ਹੈ, ਜਿਹਦੇ ਹੁਕਮ ਅੱਗੇ ਕਿਸੇ ਦਾ ਹੁਕਮ ਨਹੀਂ ਚੱਲਦਾ, ਜਿਹਦੇ ਜ਼ੋਰ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਜਿਹਦੀ ਤਾਕਤ ਦੇ ਅੱਗੇ ਕਿਸੇ ਦੀ ਤਾਕਤ ਕੰਮ ਨਹੀਂ ਕਰਦੀ ਹੈ, ਜਿਹਦੀ ਮੱਤ ਅੱਗੇ ਕਿਸੇ ਦੀ ਮੱਤ ਕੰਮ ਨਹੀਂ ਕਰਦੀ ਹੈ। ਕਹਿਣ ਲੱਗੇ ਜਿਹਦੇ ਅੱਗੇ ਆ ਕੇ ਹੱਥ ਜੁੜ ਜਾਂਦੇ ਨੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਕਿਉਂ? ਕਿਉਂਕਿ ਉਹ ਸਭ ਤੋਂ ਵੱਡਾ ਹੈ। ਜੇ ਆਪਾਂ ਦੁਨੀਆ ਦੀ ਪਾਵਰ ਦੀ ਗੱਲ ਕਰੀਏ ਤੇ ਪਾਵਰ ਆ ਕਿੱਥੋਂ ਰਹੀ ਹੈ? ਅਸੀਂ ਆਪਣੇ ਘਰ ਦੇ ਵਿੱਚ ਜਿਹੜੀ ਬਿਜਲੀ ਆ ਰਹੀ ਹੈ, ਉਹ ਲਾਈਟ ਆ ਰਹੀ ਹੈ। ਅਸੀਂ ਕਹਿੰਦੇ ਸਾਡੇ ਘਰ ਜਿਹੜਾ ਮੀਟਰ ਲੱਗਾ ਉੱਥੋਂ ਲਾਈਟ ਆ ਰਹੀ ਹੈ, ਪਰ ਦੇਖਣਾ ਪਏਗਾ ਵੀ ਉੱਥੇ ਜਿਹੜੀ ਆ ਰਹੀ ਹੈ ਉਹ ਕਿੱਥੋਂ ਆ ਰਹੀ ਹੈ। ਸਾਨੂੰ ਧੁਰ ਦੀ ਗੱਲ ਜਿਹੜੀ ਹੈ ਉਹ ਸਮਝਣੀ ਪਏਗੀ ਵੀ ਇਹ ਧੁਰ ਕਿੱਥੋਂ ਚੱਲ ਕੇ ਇਹ ਪਾਵਰ ਸਾਡੇ ਘਰ ਤੱਕ ਪਹੁੰਚੀ। ਸਾਨੂੰ ਵੇਖਣਾ ਪਏਗਾ ਕਿ ਇਹ ਸੂਰਜ ਵਿੱਚ ਰੋਸ਼ਨੀ, ਚੰਦਰਮਾ ਵਿੱਚ ਚਾਨਣੀ, ਆਸਮਾਨ ਨੂੰ ਆਸਰਾ, ਇਸ ਗੋਲ ਧਰਤੀ ਜਿਹੜੀ ਆਪਣੇ ਆਪੇ ਵਿੱਚ ਚੱਕਰ ਲਗਾ ਰਹੀ ਹੈ, ਇਹ ਸਾਰਾ ਪਾਵਰ ਜਿਹੜੀ ਹੈ ਕਿਹਦੀ ਕੰਮ ਕਰ ਰਹੀ ਹੈ? ਇਹ ਸਾਰੀ ਤਾਕਤ ਕਿਹਦੀ ਕੰਮ ਕਰ ਰਹੀ ਹੈ? ਮੈਂ ਤਾਂ ਜ਼ਮੀਨ ਵਿੱਚ ਬੀਜ ਪਾਇਆ ਸੀ, ਉਹ ਪੁੰਗਰ ਕਿਵੇਂ ਗਿਆ? ਮੈਂ ਤਾਂ ਬੀਜ ਪਾਇਆ ਸੀ, ਉਹਦੇ ਵਿੱਚ ਉਹ ਪੁੰਗਰ ਕੇ ਬੂਟਾ ਬਣ ਗਿਆ, ਉਹਦੇ ਵਿੱਚੋਂ ਅੱਗੇ ਹੋਰ ਸ਼ਾਖਾਵਾਂ ਨਿਕਲ ਗਈਆਂ, ਪੱਤੇ ਨਿਕਲ ਗਏ, ਫੁੱਲ ਨਿਕਲ ਗਏ, ਉਹੀ ਰਸ ਬਣ ਗਿਆ, ਉਹੀ ਫਲ ਬਣ ਗਿਆ। ਇੱਕ ਬੀਜ ਵਿੱਚ ਅੱਗੋਂ ਫਲ ਵਿੱਚ ਅੱਗੇ ਕਈ ਹੋਰ ਬੀਜ ਪੈਦਾ ਹੋ ਗਏ। ਕਈ ਫਲ ਆਪਾਂ ਵੇਖਦੇ ਆ ਨਾ ਕਿ ਉਹ ਇੱਕ ਬੀਜ ਬੀਜਦੇ ਆ ਤੇ ਉਹ ਜਦੋਂ ਉਹਨੂੰ ਖੋਲਦੇ ਆ ਤੇ ਉਹਦੇ ਵਿੱਚੋਂ ਕਈ ਬੀਜ ਹੋਰ ਨਿਕਲ ਆਉਂਦੇ ਨੇ। ਹੁਣ ਇੱਕ ਬੀਜ ਤੋਂ ਅਨੇਕ ਬੀਜ ਕਿਨੇ ਬਣਾ ਦਿੱਤੇ? ਇੱਕ ਬੀਜ ਨੂੰ ਫਲ ਫੁੱਲ ਪੱਤੇ ਕਿਨੇ ਲਾ ਦਿੱਤੇ? ਰਸ ਕਿਨੇ ਲਾ ਦਿੱਤਾ? ਕੁਦਰਤ ਤਾਂ ਹੈ ਨਾ, ਪਰ ਉਸ ਕੁਦਰਤ ਨੂੰ ਚਲਾ ਕੌਣ ਰਿਹਾ, ਬਣਾ ਕੌਣ ਰਿਹਾ ਹੈ? ਉਹ ਕਰਤਾ। ਜਿਸ ਕਰਤੇ ਨੇ ਇਸ ਕੁਦਰਤ ਨੂੰ ਸਾਜਿਆ, ਇਹਦਾ ਮਤਲਬ ਪਾਵਰ ਕਰਤੇ ਦੀ ਕੰਮ ਕਰ ਰਹੀ ਹੈ। ਅਸੀਂ ਉਹਦੇ ਤੋਂ ਸਾਡਾ ਕਨੈਕਸ਼ਨ ਕੱਟਿਆ ਗਿਆ। ਜਦੋਂ ਸਾਡਾ ਕਨੈਕਸ਼ਨ ਕੱਟਿਆ, ਲਿਵ ਛੁੜਕ ਗਈ, ਉਦੋਂ ਭੁਲੇਖਾ ਇਹ ਪੈ ਗਿਆ ਵੀ ਇਹ ਪਾਵਰ ਤਾਂ ਮੇਰੀ ਕੰਮ ਕਰ ਰਹੀ ਹੈ। ਬੰਦਾ ਕਹਿੰਦਾ ਮੈਂ, ਉਹ ਜਦੋਂ ਹੀ ਬਸ ਬੱਚਾ ਰੋਣਾ ਸ਼ੁਰੂ ਕਰਦਾ ਨਾ ਜਨਮ ਤੋਂ, ਮੈਂ ਜਵਾਨ ਹੋ ਜਾਂਦਾ ਤਾਂ ਵੀ ਮੈਂ, ਬੜੇਪਾ ਆ ਜਾਂਦਾ ਤਾਂ ਵੀ ਮੈਂ ਨਹੀਂ ਮੁੱਕਦੀ ਬੰਦੇ ਦੀ। ਮੈਂ ਦਾ ਅਸਲ ਵਿੱਚ ਅਰਥ ਹੀ ਇਹ ਹੈ ਕਿ ਰੋਣਾ, ਕਿਉਂਕਿ ਪਹਿਲਾਂ ਜਨਮ ਲੈਂਦਿਆਂ ਹੀ ਅਸੀਂ ਰੋ ਪਏ, ਸਾਰੀ ਉਮਰ ਮੈਂ ਵਿੱਚ ਹੀ ਰੋਂਦੇ ਗਏ। ਕਿਉਂ? ਕਿਉਂਕਿ ਭੁਲੇਖਾ ਪੈ ਗਿਆ ਕਿ ਮੇਰੇ ਆ ਪਾਵਰ ਮੇਰੀ ਹੈ, ਇਹ ਤਾਕਤ ਮੇਰੀ ਹੈ। ਅੱਜ ਜਦੋਂ ਕਿਤੇ ਕੁਦਰਤੀ ਆਫਤ ਜਾਂ ਕੁਦਰਤੀ ਮਾਰ ਪੈਂਦੀ ਹੈ, ਉੱਥੇ ਫਿਰ ਸਾਡੀ ਤਾਕਤ ਕਿੱਥੇ ਜਾਂਦੀ ਹੈ? ਉੱਥੇ ਫਿਰ ਹੱਥ ਜੁੜ ਜਾਂਦੇ ਨੇ ਕਿ ਮਾਲਕ ਜੀਓ ਅਸਾਂ ਜੋਰ ਨਹੀਂ, ਜੇ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼। ਪਤਾ ਲੱਗ ਗਿਆ ਮੇਰੇ ਮਾਲਕ ਜੀਓ ਕਿ ਤੁਹਾਡਾ ਹੁਕਮ ਜਿੱਥੇ ਹੋਏਗਾ ਉੱਥੇ ਸਾਡਾ ਹੁਕਮ ਨਹੀਂ ਚੱਲਣਾ।
ਜਿੱਥੇ ਤੁਹਾਡੀ ਪਾਵਰ ਤਾਕਤ ਕੰਮ ਕਰਨੀ ਹੈ ਉੱਥੇ ਸਾਡੀ ਪਾਵਰ ਫੇਲ ਹੋ ਜਾਣੀ ਹੈ। ਹੁਣ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਇਹ ਪਹਿਲਾਂ ਹੀ ਸਮਝਾ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਆਪਾਂ ਸ਼ਬਦ ਸੁਣ ਰਹੇ ਹਾਂ। 2-12 ਮਹਾਂ ਦੇ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨੇ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਤੁਖਾਰੀ ਰਾਗ ਵਿੱਚ, ਔਰ ਤਕਰੀਬਨ ਜਿਹੜਾ ਆਪਾਂ ਸਰਵਣ ਕਰਦੇ ਹਾਂ ਇਹ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਚਾਰਿਆ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ ਵਿੱਚ ਹੀ ਗੱਲ ਸਮਝਾ ਦਿੱਤੀ ਸੀ। ਉਹ ਵੱਖਰੀ ਗੱਲ ਕਿ ਆਪਾਂ ਪੜ੍ਹ ਕੇ ਲੰਘ ਗਏ, ਸਮਝ ਨਾ ਆਈ। ਅਸੀਂ ਆਰੰਭ ਵਿੱਚ ਹੀ ਪੜ੍ਹਿਆ ਸੀ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਸਾਰਾ ਸੰਸਾਰ ਸਾਰਾ ਬ੍ਰਹਮੰਡ ਸਾਰੇ ਸੰਸਾਰ ਦੇ ਜੀਵ ਇਹ ਚਾਰੇ ਖਾਣੀਆਂ ਸਭ ਉਹਦੇ ਹੁਕਮ ਵਿੱਚ ਨੇ। ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਹੁਣ ਤੁਸੀਂ ਆਖੋਗੇ ਵੀ ਜੇ ਸਭ ਕੁਝ ਉਹਦੇ ਹੁਕਮ ਵਿੱਚ ਹੈ ਤਾਂ ਜਿਹੜੇ ਮਾੜੇ ਕਰਮ ਕਰਨ ਵਾਲੇ ਇਹ ਵੀ ਉਹਦੇ ਹੁਕਮ ਵਿੱਚ, ਕੋਈ ਸ਼ੱਕ ਨਹੀਂ ਉਹਦੇ ਹੁਕਮ ਵਿੱਚ ਨੇ। ਪਰ ਧਿਆਨ ਰੱਖਿਓ ਹੁਕਮ ਉਹਦਾ ਹੀ ਹੈ। ਚਲੋ ਥੋੜਾ ਜਿਹਾ ਸਮਝ ਲਈਏ। ਕਟਹਿਰੇ ਦੇ ਵਿੱਚ ਇੱਕ ਜਿਹਨੇ ਕੋਈ ਗਲਤੀ ਕੀਤੀ, ਚੋਰੀ ਕੀਤੀ, ਕਤਲ ਕੀਤਾ, ਕੋਈ ਵੀ ਗੁਨਾਹਗਾਰ ਖਲੋਤਾ ਹੋਇਆ ਹੈ। ਹੁਣ ਉਹ ਗੁਨਾਹਗਾਰ ਤਾਂ ਖਲੋਤਾ ਹੋਇਆ ਹੈ ਤੇ ਹੁਕਮ ਸੁਣਾਉਣਾ ਜੱਜ ਨੇ ਹੈ। ਪਰ ਜੱਜ ਨੇ ਹੁਕਮ ਆਪਣੇ ਆਪ ਨਹੀਂ ਸੁਣਾਉਣਾ, ਉਹਦੇ ਗੁਨਾਹਾਂ ਨੂੰ, ਉਹਦੇ ਕਰਮਾਂ ਨੂੰ ਵੇਖ ਕੇ ਉਹਨੇ ਹੁਕਮ ਸੁਣਾਉਣਾ। ਹੁਣ ਉਹਦੇ ਵਿੱਚ ਚੰਗਾ ਬੰਦਾ ਆ ਜਾਏਗਾ, ਉਹਨੇ ਉਹਦੇ ਕਰਮ ਵੇਖ ਕੇ ਉਹ ਹੁਕਮ ਸੁਣਾ ਦੇਣਾ। ਕੋਈ ਮਾੜਾ ਬੰਦਾ ਆ ਗਿਆ ਤੇ ਉਹਨੇ ਉਹਦੇ ਮਾੜੇ ਕਰਮ ਵੇਖ ਕੇ ਹੁਕਮ ਸੁਣਾ ਦੇਣਾ। ਕਹਿੰਦੇ ਬਸ ਜਿਹੜਾ ਸਭ ਤੋਂ ਵੱਡਾ ਜੱਜ ਹੈ ਨਾ, ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਪਿਆ, ਉਹਨੇ ਹੁਕਮ ਉਹਦਾ ਹੀ ਹੈ। ਹੁਕਮ ਅੰਦਰ ਸਭ ਕੋ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਮਨਮੁਖ ਵੀ ਉਹਦੇ ਹੁਕਮ ਵਿੱਚ, ਗੁਰਮੁਖ ਵੀ ਉਹਦੇ ਹੁਕਮ ਵਿੱਚ, ਦਿਨ ਵੀ ਉਹਦੇ ਹੁਕਮ ਵਿੱਚ, ਰਾਤ ਵੀ ਉਹਦੇ ਹੁਕਮ ਵਿੱਚ। ਆ ਜਿੰਨੇ ਵੀ ਜ਼ਹਿਰੀਲੇ ਪਦਾਰਥ ਨੇ ਇਹ ਵੀ, ਨਿੰਮ ਦੀ ਕੁੜੱਤਨ ਵੀ ਉਹਦੇ ਹੁਕਮ ਵਿੱਚ, ਤੇ ਅੰਬ ਦੇ ਵਿੱਚ ਮਿੱਠਾ ਰਸ ਵੀ ਉਹਦੇ ਹੁਕਮ ਵਿੱਚ, ਕੰਡੇ ਵੀ ਉਹਦੇ ਹੁਕਮ ਵਿੱਚ, ਤੇ ਫੁੱਲ ਵੀ ਉਹਦੇ ਹੁਕਮ ਵਿੱਚ ਨੇ। ਪਰ ਧਿਆਨ ਰੱਖਿਓ ਕਰਮੀ ਆਪੋ ਆਪਣੀ ਹੈ। ਸਾਡਾ ਬੀਜ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਮਾਲਕ ਤੋਂ ਹੁਕਮ ਕਿੱਦਾਂ ਦਾ ਲੈਣਾ ਹੈ। ਇਹ ਸਾਡੀ ਸੋਚ, ਸਾਡੀ ਭਾਵਨਾ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਮਾਲਕ ਤੋਂ ਹੁਕਮ ਕਿਹੜੀ ਭਾਵਨਾ ਰੱਖ ਕੇ, ਕਿਉਂਕਿ ਮਾਲਕ ਨੇ ਤਾਂ ਗੁਰਬਾਣੀ ਰਾਹੀਂ ਮੈਸੇਜ ਦੇ ਦਿੱਤਾ। ਪਿਛਲੇ ਦਿਨੀ ਬੇਨਤੀ ਕੀਤੀ, ਇਹ ਪੈਗਾਮ ਹੈ ਉਸ ਕਰਤੇ ਦਾ, ਇਹ ਮੈਸੇਜ ਹੈ ਉਸ ਮਾਲਕ ਦਾ। ਤੇ ਉਹ ਕਹਿੰਦੇ ਨੇ ਧਿਆਨ ਰੱਖੀ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਕਹਿੰਦੇ ਹੁਕਮ ਅੰਦਰ ਹੀ ਚੱਲੇਗਾ, ਪਰ ਮੰਦਾ ਕਰੇਗਾ ਤੇ ਮੰਦੇ ਰਾਹ, ਚੰਗਾ ਕਰੇਗਾ ਤੇ ਚੰਗੇ ਰਾਹ। ਸਭ ਕੁਝ ਹੈ ਉਹਦੇ ਹੁਕਮ ਵਿੱਚ, ਪਰ ਕਰਮ ਤੇਰਾ ਆਪਣਾ ਹੋਏਗਾ। ਤਾਂ ਹੀ ਤੇ ਮਨੁੱਖ ਨੂੰ ਸਾਰੇ ਜੀਆਂ ਨਾਲੋਂ ਵੱਖਰਾ ਰੱਖਿਆ ਕਿ ਇਹ ਸੋਚ ਸਕਦਾ ਹੈ, ਸਮਝ ਸਕਦਾ ਹੈ, ਇਹ ਆਪਣੇ ਮਨ ਦੀ, ਦਿਮਾਗ ਦੀ ਵਰਤੋਂ ਕਰ ਸਕਦਾ ਹੈ। ਇਹਨੂੰ ਪਤਾ ਲੱਗ ਸਕਦਾ ਹੈ ਵੀ ਕੀ ਚੰਗਾ ਤੇ ਕੀ ਮਾੜਾ। ਇੱਕ ਟਾਈਮ ਸੀ ਜਦੋਂ ਕੁਝ ਵੀ ਨਹੀਂ ਸੀ ਪਤਾ, ਨਾ ਖਾਣ ਦਾ, ਨਾ ਪਹਿਨਣ ਦਾ, ਨਾ ਰਹਿਣ ਦਾ ਪਤਾ, ਪਰ ਬੰਦੇ ਦੇ ਦਿਮਾਗ ਨੇ ਕੰਮ ਕੀਤਾ। ਇਹਨੂੰ ਪਤਾ ਲੱਗਾ ਵੀ ਅੱਗ ਕਿਵੇਂ ਬਾਲੀ ਦੀ ਹੈ, ਪਕਾ ਕੇ ਕਿਵੇਂ ਖਾਈਦਾ ਹੈ, ਤਨ ਨੂੰ ਕਿਵੇਂ ਢੱਕਣਾ ਹੈ, ਰੋਟੀ ਕੱਪੜਾ ਮਕਾਨ ਕਿਵੇਂ ਬਣਾਉਣਾ, ਸਵਾਰਨਾ ਤੇ ਕਿਵੇਂ ਆਪਣੇ ਜੀਵਨ 'ਚ ਹੰਡਾਉਣਾ। ਸਾਰੀ ਸਮਝ ਇਹਨੂੰ ਆ ਗਈ, ਪਰ ਅਫਸੋਸ ਇੱਕ ਨਿਰੰਕਾਰ ਦੀ ਸਮਝ ਨਹੀਂ ਆਈ। ਬੜੀਆਂ ਬੜੀਆਂ ਬਿਲਡਿੰਗਾਂ ਕਿਵੇਂ ਬਣਾਉਣੀਆਂ ਨੇ, ਮਸ਼ੀਨਰੀਆਂ ਕਿਵੇਂ ਬਣਾਉਣੀਆਂ ਨੇ, ਆਸਮਾਨ ਤੇ ਕਿਵੇਂ ਪਹੁੰਚਣਾ ਹੈ, ਸਮੁੰਦਰ ਨੂੰ ਕਿਵੇਂ ਪਾਰ ਕਰ, ਸਾਰੀ ਸਮਝ ਆ ਗਈ। ਕਿਉਂਕਿ ਬੰਦੇ ਨੂੰ ਇੰਨੀ ਸਮਝ ਦਿੱਤੀ ਹੈ ਮਾਲਕ ਨੇ। ਕਹਿੰਦੇ ਬੰਦਿਆ, ਜਿਹੜੀ ਸਮਝ ਤੈਨੂੰ ਮਾਲਕ ਨੇ ਦਿੱਤੀ ਹੈ ਨਾ, ਉਹਦੇ ਵਿੱਚ ਆ ਵੀ ਸਮਝ ਰੱਖ ਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਤੇਰੇ ਆਪਣੇ ਕੀਤੇ ਕਰਮ ਦਾ ਫਲ ਹੈ। ਹੁਣ ਗੁਰੂ ਸਾਹਿਬ ਕੋਲ ਅਸੀਂ ਆਏ ਤੇ ਗੁਰੂ ਸਾਹਿਬ ਕਹਿੰਦੇ ਆ, ਜੇ ਤੈਨੂੰ ਨਹੀਂ ਸਮਝਣਾ ਆ ਫਿਰ ਮੈਂ ਤੈਨੂੰ ਸਮਝਾਵਾਂ। ਹਰ ਜੇਠ ਜੁੜੰਦਾ ਲੋੜੀ ਹੈ, ਤੈਨੂੰ ਲੋੜ ਹੈ ਅੱਜ। ਤੂੰ ਦੁਨੀਆ ਵਿੱਚ ਹਰ ਇੱਕ ਨਾਲ ਜੁੜਤਾ ਗਿਆ, ਪਰ ਅੱਜ ਉਸ ਹਰੀ ਨਾਲ ਜੁੜ ਜਿਹੜਾ ਸਭ ਤੋਂ ਵੱਡਾ ਹੈ, ਜਿਹਦੇ ਅੱਗੇ ਸਾਰੇ ਨਿਭਦੇ ਨੇ, ਜਿਹਦੇ ਹੁਕਮ ਦੇ ਵਿੱਚ ਇਹ ਸੰਸਾਰ, ਇਹ ਬ੍ਰਹਿਮੰਡ ਚੱਲਦਾ ਹੈ। ਕਹਿੰਦੇ ਜਿਹਦੇ ਅੱਗੇ ਸਾਰੇ ਨਿਭ ਜਾਣ, ਜਿਹਦੇ ਅੱਗੇ ਆ ਕੇ ਕਿਸੇ ਦਾ ਜ਼ੋਰ, ਬਲ, ਤਾਕਤ ਕੰਮ ਨਾ ਕਰੇ,
ਤੈਨੂੰ ਉਹਦੇ ਅੱਗੇ ਜੁੜਨ ਦੀ ਲੋੜ ਹੈ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਅੱਜ ਸਾਨੂੰ ਸਾਡੇ ਮਨ ਨੂੰ ਨਾ ਕਾਮ ਨੇ ਵੀ ਬੰਨਿਆ ਹੋਇਆ, ਕ੍ਰੋਧ ਨੇ ਵੀ ਬੰਨਿਆ, ਲੋਭ ਨੇ, ਮੋਹ ਨੇ, ਹੰਕਾਰ ਨੇ ਵੀ ਬੰਨਿਆ ਹੋਇਆ। ਪਰ ਜਦੋਂ ਅਸੀਂ ਉਸ ਸੱਜਣ ਦੇ ਦਾਮਨ ਪੱਲੇ ਦੇ ਨਾਲ ਜੁੜ ਜਾ, ਉਹਦਾ ਪੱਲਾ ਪਕੜ ਲਾਂਗੇ ਨਾ, ਤੇ ਉਹਦਾ ਜਦੋਂ ਪੱਲਾ ਪਕੜ ਲਿਆ ਫਿਰ ਸੱਚ ਜਾਣਿਓ ਉਹ ਕਦੇ ਕਾਮ ਨੂੰ ਤੁਹਾਡੇ ਮਨ ਨੂੰ ਬੰਨਣ ਨਹੀਂ ਦੇਗਾ। ਭਾਵ ਕਾਮ ਦਾ ਜ਼ੋਰ ਤੁਹਾਡੇ ਤੇ ਨਹੀਂ ਪਏਗਾ, ਕ੍ਰੋਧ ਦਾ ਜ਼ੋਰ, ਲੋਭ ਦਾ, ਮੋਹ ਦਾ, ਹੰਕਾਰ ਦਾ, ਬੁਰਾਈਆਂ ਦਾ ਜ਼ੋਰ ਫਿਰ ਤੁਹਾਡੇ ਤੇ ਨਹੀਂ ਪਏਗਾ ਜਦੋਂ ਤੁਸੀਂ ਹਰੀ ਸੱਜਣ ਦਾ ਪੱਲਾ ਪਕੜ ਲਿਆ। ਹੁਣ ਸਵਾਲ ਇਹ ਹੈ ਕਿ ਹਰੀ ਸੱਜਣ ਦਾ ਪੱਲਾ ਪਕੜਾਂਗੇ ਕਿਵੇਂ? ਜੇ ਗਿਆਨ ਹੋਏਗਾ ਤਾਂ ਹੀ ਪਕੜਾਂਗੇ ਨਾ। ਤੇ ਜੇ ਹਰੀ ਸੱਜਣ ਦਾ ਪੱਲਾ ਆਪਣੇ ਆਪ ਪਕੜਨਾ ਹੁੰਦਾ ਫਿਰ ਸਾਨੂੰ ਗੁਰਦੁਆਰੇ ਸੋਝੀ ਲੈਣ ਦੀ ਕੀ ਲੋੜ ਸੀ? ਫਿਰ ਸਾਨੂੰ ਗੁਰੂ ਦੇ ਗਿਆਨ ਦੀ ਕੀ ਲੋੜ ਹੈ? ਲੋੜ ਸੀ, ਕਿਉਂਕਿ ਜਿਵੇਂ ਕਿਸੇ ਨੇ ਪੱਲਾ ਪਕੜਾਇਆ, ਅਸੀਂ ਕਿਸੇ ਦੇਹਧਾਰੀ ਦਾ ਪੱਲਾ ਪਕੜ ਲਿਆ, ਕਿਸੇ ਮੜੀ ਮਸਾਣ ਦਾ ਪੱਲਾ ਪਕੜ ਲਿਆ, ਕਿਸੇ ਦਾ ਪੱਲਾ ਪਕੜ ਲਿਆ, ਬਸ ਇੱਕ ਹਰੀ ਸੱਜਣ ਦਾ ਹੀ ਪੱਲਾ ਨਹੀਂ ਸੀ ਪਕੜਿਆ। ਹੋਇਆ ਕੀ? ਕਹਿਣ ਲੱਗੇ ਅਸੀਂ ਅਧੂਰਿਆਂ ਦੇ ਪੱਲੇ ਪਕੜਦੇ ਰਹੇ, ਉਹ ਝੂਠੇ ਨਿਕਲੇ, ਕੂੜ ਨਿਕਲੇ, ਅੱਧ ਵਿਚਕਾਰ ਨਈਆਂ ਸਾਡੀ ਬੇੜੀ ਡੁੱਬਦੀ ਰਹੀ। ਹੁਣ ਸਮਝ ਆਈ ਤਾਂ ਗੁਰੂ ਸਾਹਿਬ ਕਹਿੰਦੇ ਆ ਤੂੰ ਕੀ ਕਰ, ਤੂੰ ਸਾਰਿਆਂ ਤੋਂ ਵੱਡਾ, ਸਾਰੀ ਦੁਨੀਆ ਦਾ ਮਾਲਕ, ਸਿਰਜਣਹਾਰ ਪਰਮੇਸ਼ਵਰ ਦੇ ਨਾਮ ਦਾ ਪੱਲਾ ਪਕੜ ਲੈ। ਜਦੋਂ ਤੂੰ ਉਹਦਾ ਪੱਲਾ ਪਕੜ ਲਏਗਾ ਉਹ ਫਿਰ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਗਾ ਕਿ ਤੈਨੂੰ ਬੰਨ ਕੇ ਅੱਗੇ ਲਾ ਲਵੇ, ਜਾਂ ਜੰਮ ਵੀ ਤੇਰੇ ਨੇੜੇ ਨਹੀਂ ਆਏਗਾ, ਤੇਰੇ ਨੇੜੇ ਜੰਮ ਵੀ ਨਹੀਂ ਆਉਣ ਦੇਗਾ ਜੇ ਤੂੰ ਕਿਤੇ ਹਰੀ ਸੱਜਣ ਦਾ ਦਾਮਨ, ਉਹਦਾ ਕਿਤੇ ਪੱਲਾ। ਹੁਣ ਸਵਾਲ ਹੈ ਵੀ ਪਕੜਾਂਗੇ ਕਿਵੇਂ? ਉਦੋਂ ਪਕੜਾਂਗੇ ਜਦੋਂ ਹੱਬੇ ਸਾਕ ਕੁੜਾਵੇ ਡਿਠੇ, ਤਉ ਪੱਲੇ ਟੈਂਡੇ ਲਾਗੀ। ਪਹਿਲਾਂ ਤਾਂ ਦੁਨੀਆ ਦੇ ਸਾਕ ਸੱਚੇ ਨਜ਼ਰ ਆਉਂਦੇ ਸੀ, ਦੁਨੀਆ ਦੇ ਸੰਬੰਧ ਸੱਚੇ ਨਜ਼ਰ ਆਉਂਦੇ ਸੀ, ਇਹ ਵੀ ਮੇਰਾ ਸਾਥੀ, ਉਹ ਵੀ ਮੇਰਾ ਸਾਥੀ, ਆ ਵੀ ਮੇਰਾ ਸਾਥੀ। ਪਰ ਪਤਾ ਹੀ ਉਦੋਂ ਲੱਗਾ ਜਦੋਂ ਸਾਰੇ ਸਾਥ ਵਾਰੀ-ਵਾਰੀ ਛੁੱਟ ਗਏ, ਜਦੋਂ ਆਪਣਿਆਂ ਨੇ ਹੀ ਸਾਥ ਛੱਡ ਦਿੱਤਾ, ਆਪਣੇ ਹੀ ਜਿਹੜੇ ਆ ਉਹ ਨੇੜੇ ਆਉਣ ਨੂੰ ਤਿਆਰ ਨਹੀਂ। ਕੱਲ ਦੀ ਖਬਰ ਸੁਣੀ ਸੀ, ਕਿਉਂਕਿ ਆ ਮਹਾਮਾਰੀ ਨੇ ਸਾਨੂੰ ਬੜਾ ਕੁਝ ਦਿਖਾਇਆ ਹੈ। ਇਸ ਬਿਮਾਰੀ ਨੇ ਬੜੇ ਸਾਡੇ ਨੂੰ ਦਿਖਾ ਦਿੱਤਾ ਵੀ ਆਪਣਾ ਪਿਆਰ, ਆਪਣੇ ਰਿਸ਼ਤੇ ਕਿੰਨੇ ਕੁ ਗੂੜੇ ਹੁੰਦੇ ਨੇ। ਕਿ ਇੱਕ ਮਾਂ-ਬਾਪ ਜਿਨ੍ਹਾਂ ਨੂੰ ਇਹ ਰੋਗ ਲੱਗ ਜਾਂਦਾ ਹੈ ਤੇ ਉਹਨਾਂ ਦੀ 11 ਸਾਲ ਦੀ ਬੱਚੀ ਹੈ, ਹੁਣ ਉਹ ਘਰ ਦੇ ਵਿੱਚ ਇਕੱਲੀ ਹੈ, ਰਿਸ਼ਤੇਦਾਰਾਂ ਨੂੰ ਕਿਹਾ ਤੁਸੀਂ ਲੈ ਜਾਓ, ਕਹਿੰਦੇ ਅਸੀਂ ਤੇ ਨਹੀਂ ਲੈ ਕੇ ਜਾਂਦੇ, ਅਸੀਂ ਤੇ ਨਹੀਂ ਇਹਦੇ ਘਰ ਆਉਂਦੇ, ਨਾ ਅਸੀਂ ਇਹਨੂੰ ਆਪਣੇ ਘਰ ਲੈ ਕੇ ਜਾਣਾ। ਕੋਈ ਉਹਦੀ ਬਾਤ ਪੁੱਛਣ ਵਾਲਾ ਨਹੀਂ ਹੈ। ਕਿਉਂ? ਕਿਉਂਕਿ ਜਦੋਂ ਤਾਂ ਆ ਦੁੱਖ ਰੋਗ ਨਹੀਂ ਸੀ ਆਇਆ ਉਦੋਂ ਸਾਰੇ ਕਹਿੰਦੇ ਸੀ ਮੇਰੇ ਨੇ, ਅਸੀਂ ਇਹਨਾਂ ਦੇ ਆ, ਪਰ ਜਦੋਂ ਆ ਕਿਤੇ ਰੋਗ ਆਇਆ ਤੇ ਹੁਣ ਉਹਦੇ ਨੇੜੇ ਵੀ ਜਾਣ ਨੂੰ ਤਿਆਰ ਨਹੀਂ, ਉਹਦੇ ਕੋਲ ਵੀ ਰਹਿਣ ਵਾਸਤੇ ਤਿਆਰ ਨਹੀਂ। ਇਹੋ ਜਿਹੇ ਪਤਾ ਹੀ ਨਹੀਂ ਕਿੰਨੇ ਕੇਸਸ ਨੇ ਜਿਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ। ਤੇ ਜੇ ਹਜੇ ਵੀ ਬੰਦੇ ਦੀਆਂ ਅੱਖਾਂ ਨਾ ਖੁੱਲੀਆਂ ਤੇ ਫਿਰ ਖੁੱਲਣਗੀਆਂ ਕਦੋਂ? ਜਿਵੇਂ ਕਬੀਰ ਜੀ ਕਹਿੰਦੇ ਹੁਣ ਨਹੀਂ ਜਾਗੇਗਾ ਤੇ ਫਿਰ ਜਾਗੇਗਾ ਕਦੋਂ? ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੈ ਗੋਂਡ ਪਸਾਰ। ਜੇ ਹੁਣ ਨਹੀਂ ਸੁੱਤਾ ਜਾਗਿਆ ਫਿਰ ਜਾਗੇਗਾ ਕਦੋਂ? ਕਹਿੰਦੇ ਜਿੱਦਨ ਪੱਕਾ ਹੀ ਸੌਂ ਗਿਆ ਉਦਨ ਫਿਰ ਤੈਨੂੰ ਕਿਸੇ ਨੇ ਬੁਲਾਉਣਾ ਜਗਾਉਣਾ ਨਹੀਂ। ਜਦੋਂ ਹੱਬੇ ਸਾਕ ਕੁੜਾਵੇ ਡਿਠੇ ਤਾਂ ਉਹਦਾ ਦਾਮਨ ਪਕੜਿਆ, ਤਾਂ ਉਹਦਾ ਪੱਲਾ ਪਕੜਿਆ। ਪਹਿਲੇ ਤੇ ਅਸੀਂ ਉਹਦਾ ਦਾਮਨ ਪਕੜਨ ਨੂੰ ਤਿਆਰ ਹੀ ਕੋਈ ਨਹੀਂ ਸੀ। ਜਦੋਂ ਸਾਰੇ ਸਾਕ ਕੁੜਾਵੇ ਨਜ਼ਰ ਆਉਣ ਲੱਗ ਪਏ ਤਾਂ ਪੱਲੇ ਟੈਂਡੇ ਲਾਗੀ। ਜਦੋਂ ਉਹਦੇ ਪੱਲੇ ਸਾਡੀ ਜਿੰਦ ਉਹਦਾ ਪੱਲਾ ਪਕੜ ਲੇਗੀ ਅਕਾਲ ਪੁਰਖ ਪਰਮੇਸ਼ਵਰ ਦਾ ਮਨ ਦੇ ਰਾਹੀਂ, ਤਾਂ ਮਹਾਰਾਜ ਕਹਿੰਦੇ ਧਿਆਨ ਰੱਖਿਓ ਫਿਰ ਤੁਹਾਨੂੰ ਕੋਈ ਜੰਮ ਆ ਕੇ ਬੰਨ ਨਹੀਂ ਸਕਦਾ, ਕੋਈ ਵਿਕਾਰ ਆ ਕੇ ਤੁਹਾਨੂੰ ਆਪਣੀ ਪਕੜ ਵਿੱਚ, ਕੈਦ ਵਿੱਚ ਨਹੀਂ ਲੈ ਸਕਦਾ। ਕਿਉਂ? ਕਿਉਂਕਿ ਤੁਸੀਂ ਸਭ ਤੋਂ ਵੱਡੇ ਨਾਲ ਜੁੜ ਗਏ ਜਿਹਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਦੋਂ ਆ ਗਵਾਲੀਅਰ ਜਾਂਦੇ ਨੇ, ਗਵਾਲੀਅਰ ਦੇ ਕਿਲੇ 'ਚ, ਤਾਂ ਉਸ ਵੇਲੇ ਕਿੰਨੇ ਰਾਜੇ ਬੰਦੀ ਬਣੇ ਬੈਠੇ ਨੇ। ਹੁਣ ਉਹਦੀ ਪਕੜ ਦੇ ਵਿੱਚ ਨੇ, ਜਹਾਂਗੀਰ ਦੀ ਪਕੜ ਵਿੱਚ।
ਜਿੱਥੋਂ ਕੋਈ ਵੀ ਉਹਨਾਂ ਨੂੰ ਛੁਡਾ ਨਹੀਂ ਸਕਦਾ। ਉਹਨਾਂ ਨੇ ਵੀ ਉਮੀਦ ਛੱਡ ਦਿੱਤੀ ਕਿ ਸਾਨੂੰ ਹੁਣ ਕੋਈ ਬਚਾ ਨਹੀਂ ਸਕਦਾ, ਕੋਈ ਛੁਡਾ ਨਹੀਂ ਸਕਦਾ। ਪਰ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪੈ ਗਏ ਤੇ ਇਹਨਾਂ ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਦਾਮਨ ਪਕੜ ਲਿਆ। ਇਹਨਾਂ ਨੂੰ ਹੌਸਲਾ ਹੋ ਗਿਆ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਦਾਮਨ ਪਕੜਿਆ। ਸੱਚ ਜਾਣਿਓ ਹੁਣ ਇਹ ਦਾਮਨ ਨਹੀਂ ਛੱਡਣਾ। ਜੇ ਦਾਮਨ ਛੱਡ ਦਿੱਤਾ ਫਿਰ ਕੈਦੀ ਬਣ ਜਾਾਂਗੇ, ਫਿਰ ਬੰਦੀ ਬਣ ਜਾਾਂਗੇ। ਇਹ ਦਾਮਨ ਪਕੜ ਕੇ ਭਰੋਸਾ ਬਣ ਗਿਆ ਕਿ ਹੁਣ ਕਿਸੇ ਵਿੱਚ ਇੰਨਾ ਦਮ ਨਹੀਂ ਕਿ ਸਾਨੂੰ ਕੋਈ ਕੈਦੀ ਬਣਾ ਕੇ ਰੱਖ ਸਕੇ, ਸਾਨੂੰ ਕੋਈ ਬੰਦੀ ਬਣਾ ਕੇ ਰੱਖ ਸਕੇ। ਗੁਰੂ ਹਰਗੋਬਿੰਦ ਸਾਹਿਬ ਦਾ ਦਾਮਨ ਪਕੜ ਕੇ ਕਿਵੇਂ ਆਉਂਦੇ ਨੇ ਫਿਰ ਬਾਹਰ? ਜਿਨ੍ਹਾਂ ਨੇ ਉਮੀਦ ਛੱਡ ਦਿੱਤੀ, ਜਦੋਂ ਸੱਚ ਦਾ ਪੱਲਾ ਪਕੜ ਲਿਆ, ਕਹਿੰਦੇ ਇਹ ਸਾਰੇ ਰਾਜੇ ਕੈਦੀ ਸੀ, ਸਾਰੇ ਦੇ ਸਾਰੇ ਹੀ ਰਿਹਾ ਹੋ ਗਏ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਗਿਆਨ ਦਾ ਪੱਲਾ ਪਕੜ ਕੇ ਉਸ ਸੱਚ ਨਾਲ ਜੁੜ ਜਾਾਂਗੇ ਤਾਂ ਸਮਝ ਆ ਜਾਏਗੀ ਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੈ। ਮੇਰੇ RAM ਰਾਏ ਤੂੰ ਸੰਤਾਂ ਕਾ, ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ। ਨੇੜੇ ਉਹਦੇ ਤਾਂ ਜਮ ਵੀ ਨੇੜੇ ਨਹੀਂ ਆਉਂਦਾ ਜਿਹਨੇ ਉਹਦਾ ਦਾਮਨ ਪਕੜ ਲਿਆ, ਜਿਹਨੇ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨਾਲ ਜੁੜਨਾ ਕੀਤਾ। ਕਹਿੰਦੇ ਫਿਰ ਉਹ ਕਦੇ ਕਿਸੇ ਹੋਰ ਦੇ ਬੰਦੀ ਨਹੀਂ ਬਣਦੇ, ਕੈਦੀ ਨਹੀਂ ਬਣਦੇ। ਉਹ ਸਦਾ ਲਈ ਇੱਕ ਦਾ ਪੱਲਾ ਪਕੜ ਕੇ ਮੁਕਤ ਹੋ ਜਾਂਦੇ ਹਨ। ਮਾਣਕ ਮੋਤੀ ਨਾਮ ਪ੍ਰਭ, ਪੁਨ ਲੱਗੈ ਨਾਹੀ ਸੰਨ। ਜਦੋਂ ਅਸੀਂ ਗੁਰੂ ਕੋਲ ਗਿਆਨ ਲਿਆ ਤੇ ਗੁਰੂ ਨੇ ਨਾਮ ਦਾ ਦਾਮਨ, ਨਾਮ ਦਾ ਪੱਲਾ ਸਾਨੂੰ ਪਕੜਾ ਦਿੱਤਾ। ਜਦੋਂ ਨਾਮ ਦਾ ਪੱਲਾ ਪਕੜਾਇਆ, ਉਹਦੇ ਨਾਲ ਹੀਰੇ ਮੋਤੀ ਜਹਵਰਾਤ ਦਾ ਖਜ਼ਾਨਾ ਵੀ ਮਿਲ ਗਿਆ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਇਹ ਬੜਾ ਕੀਮਤੀ ਖਜ਼ਾਨਾ ਜਿਹਦੇ ਵਿੱਚ ਹੀਰੇ ਮੋਤੀ ਜੜੇ ਨੇ, ਉਹ ਜੜੇ ਹੋਏ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਇਹ ਕੀਮਤੀ ਰਤਨ ਹੈ ਜਿਹਦੇ ਵਿੱਚ ਹੀਰੇ ਮੋਤੀ ਜੜੇ ਹੋਏ ਨੇ। ਹੀਰੇ ਮੋਤੀ ਦਾ ਮਤਲਬ ਹੈ ਸ਼ੁਭ ਗੁਣ, ਸ਼ੁਭ ਗੁਣਾਂ ਨਾਲ ਭਰਪੂਰ ਹੈ ਇਹ ਅੰਮ੍ਰਿਤ ਬਾਣੀ। ਕਹਿਣ ਲੱਗੇ ਆ ਜਿਹੜੇ ਮੋਤੀ ਤੁਹਾਨੂੰ ਹੀਰੇ ਜਿਹੜੇ ਦਿੱਤੇ ਨੇ, ਮਾਣਕ ਜਿਹੜੇ ਦਿੱਤੇ ਨੇ, ਇੱਥੇ ਤੁਹਾਨੂੰ ਡਰਨ ਦੀ ਲੋੜ ਨਹੀਂ। ਜਿੰਨਾ ਖਜ਼ਾਨਾ ਇਕੱਠਾ ਕਰ ਸਕਦੇ ਹੋ ਕਰ ਲੈਣਾ, ਕੋਈ ਡਰਨ ਦੀ ਲੋੜ ਨਹੀਂ। ਕਿਉਂਕਿ ਬਾਹਰ ਦੇ ਖਜ਼ਾਨੇ ਨੂੰ ਕੋਈ ਪਾੜ ਪਾ ਕੇ ਚੋਰੀ ਕਰਕੇ ਲਿਜਾ ਸਕਦਾ ਹੈ, ਪਰ ਜਿਹੜੇ ਅਸ਼ੁਭ ਗੁਣਾਂ ਦਾ ਖਜ਼ਾਨਾ ਹੈ ਨਾ, ਇਹਨੂੰ ਕੋਈ ਪਾੜ ਪਾ ਕੇ ਸੰਨ ਲਾ ਕੇ ਕੋਈ ਇਹਨੂੰ ਚੋਰੀ ਨਹੀਂ ਕਰ ਸਕਦਾ। ਇੱਥੇ ਡਰਨ ਦੀ ਲੋੜ ਨਹੀਂ ਹੈ। ਇਹ ਵੀ ਜ਼ਿਕਰ ਆਪ ਜੀ ਨਾਲ ਇੱਕ ਦਿਨ ਕੀਤਾ ਸੀ। ਆਪ ਜੀ ਨੂੰ ਪਤਾ ਹੋਏਗਾ ਕਿ ਘਰੋਂ ਤੁਸੀਂ ਨਿਤਨੇਮ ਕਰਕੇ ਚੱਲੇ ਹੋ, ਬਾਣੀ ਦਾ ਖਜ਼ਾਨਾ ਇਕੱਠਾ ਕਰਕੇ ਹੀਰੇ ਮੋਤੀ, ਜਪਜੀ ਸਾਹਿਬ ਦੀ ਬਾਣੀ ਦੇ ਰੂਪ ਵਿੱਚ, ਜਾਪ ਸਾਹਿਬ ਦੀ ਬਾਣੀ ਦੇ ਰੂਪ ਵਿੱਚ, ਜਿਹੜੀ ਵੀ ਬਾਣੀ ਦਾ ਤੁਸੀਂ ਪਾਠ ਕੀਤਾ, ਉਹ ਹੀਰੇ ਮੋਤੀਆਂ ਦਾ ਖਜ਼ਾਨਾ ਇਕੱਠਾ ਕਰਕੇ ਤੁਸੀਂ ਘਰੋਂ ਬਾਹਰ ਨਿਕਲੇ। ਤੇ ਕਦੇ ਕਿਸੇ ਨੇ ਕਿਹਾ ਵੀ ਮੇਰੇ ਕੋਲੋਂ ਆ ਕੁਝ ਜਿਹੜਾ ਖੋਹ ਲਿਆ ਗਿਆ ਜਾਂ ਲੁੱਟ ਲਿਆ ਗਿਆ, ਜਾਂ ਮੈਂ ਘਰੋਂ ਬਾਹਰ ਗਿਆ ਸੀ, ਮੇਰਾ ਕੀਮਤੀ ਖਜ਼ਾਨਾ ਕਿਸੇ ਨੇ ਚੋਰੀ ਕਰ ਲਿਆ। ਕਹਿੰਦੇ ਨੇ ਇਹਨੂੰ ਸੰਨ ਨਹੀਂ ਲੱਗ ਸਕਦਾ, ਬਾਕੀ ਬਾਹਰ ਦੇ ਪਦਾਰਥਾਂ ਨੂੰ ਤੇ ਸੰਨ ਲੱਗਦਾ ਹੀ ਹੈ। ਪਾੜ ਪਾ ਕੇ ਚੋਰ ਆਉਂਦੇ ਨੇ, ਚੋਰੀ ਕਰਕੇ ਲੈ ਜਾਂਦੇ ਨੇ। ਪਰ ਜਿਹੜਾ ਗੁਰੂ ਦੇ ਬਚਨਾਂ ਰਾਹੀਂ ਤੁਹਾਨੂੰ ਮਾਣਕ ਮੋਤੀ ਇਹ ਖਜ਼ਾਨਾ ਮਿਲ ਰਿਹਾ ਨਾ ਰੱਬੀ ਬਾਣੀ ਦਾ, ਇਹ ਕੋਈ ਤੁਹਾਡੇ ਅੰਦਰੋਂ ਚੋਰੀ ਨਹੀਂ ਕਰ ਸਕਦਾ। ਇਸ ਲਈ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲੈ। ਕਹਿੰਦੇ ਚੋਰ ਵੀ ਨਹੀਂ ਲੈ ਜਾ ਸਕਦਾ, ਪਾਣੀ ਵੀ ਨਹੀਂ ਡੋਬ ਸਕਦਾ, ਅੱਗ ਵੀ ਜਿਹੜੀ ਹੈ ਉਹਨੂੰ ਸਾੜ ਨਹੀਂ ਸਕਦੀ ਹੈ। ਇਸ ਲਈ ਕਹਿੰਦੇ ਇੱਥੇ ਆ ਕੇ ਇੱਕ ਤਾਂ ਡਰ ਖਤਮ ਹੋ ਜਾਂਦਾ ਹੈ। ਬਾਹਰ ਦਾ ਖਜ਼ਾਨਾ ਜਿੰਨਾ ਵੱਧਦਾ ਜਾਏਗਾ ਉਨਾ ਡਰ ਵੀ ਵੱਧਦਾ ਜਾਏਗਾ। ਬਾਹਰ ਜਿੰਨਾ ਅਸੀਂ ਸੋਨਾ ਚਾਂਦੀ ਹੀਰੇ ਮੋਤੀ ਇਕੱਠੇ ਕਰਾਂਗੇ, ਉਨੀ ਸਿਕਿਉਰਿਟੀ ਦਾ ਪ੍ਰਬੰਧ ਵੀ ਕਰਾਂਗੇ, ਉਹਨੇ ਲੋਕਰ ਵੀ ਅਸੀਂ ਤਿਆਰ ਕਰਾਂਗੇ ਵੀ ਇਹਨੂੰ ਕਿਵੇਂ ਆਪਾਂ ਸੰਭਾਲ ਕੇ ਰੱਖਣਾ, ਕਿਸੇ ਦੀ ਨਜ਼ਰ ਨਾ ਪੈ ਜਾਏ। ਅੱਜ ਤਾਂ ਹਾਲਾਤ ਇਦਾਂ ਦੇ ਨੇ ਕਿ ਬੰਦਾ ਘਰ ਵਿੱਚ ਘਰਦਿਆਂ ਤੋਂ ਹੀ ਬਚਾ ਕੇ ਰੱਖਦਾ ਹੈ ਤੇ ਕਿਤੇ ਘਰਦਿਆਂ ਦੀ ਨਜ਼ਰ ਨਾ ਪੈ ਜਾਏ ਮੇਰੇ ਇਸ ਖਜ਼ਾਨੇ ਉੱਤੇ। ਇਹਦਾ ਮਤਲਬ ਡਰ ਹੈ ਨਾ। ਪਰ ਕਹਿੰਦੇ ਆ ਜਿਹੜਾ ਤੂੰ ਰੱਬੀ ਬਾਣੀ ਦਾ ਖਜ਼ਾਨਾ ਇਕੱਠਾ ਕਰਨਾ ਹੈ ਨਾ, ਮਾਣਕ ਮੋਤੀ ਸ਼ੁਭ ਗੁਣਾਂ ਦਾ, ਇਹਨੂੰ ਕੋਈ ਵੀ ਸੰਨ ਲਾ ਕੇ ਪਾੜ ਪਾ ਕੇ
ਕੋਈ ਵੀ ਇਹਨੂੰ ਚੁਰਾ ਨਹੀਂ ਸਕਦਾ ਹੈ। ਰੰਗ ਸਬੇ ਨਾਰਾਇਣ ਜੇਤੇ ਮਨ ਪਵਨ। ਸਾਹਿਬ ਜੀ ਨੇ ਆਰੰਭ ਵਿੱਚ ਇੱਕ ਗੱਲ ਆਖੀ ਸੀ, ਹਰ ਜੇਠ ਜੁੜਨ ਦਾ ਲੋੜੀ ਹੈ। ਅੱਜ ਤੈਨੂੰ ਉਸ ਜੇਠ ਹਰੀ ਪਰਮੇਸ਼ਵਰ ਨਾਲ ਜੁੜਨ ਦੀ ਲੋੜ ਹੈ। ਕਿਉਂ ਲੋੜ ਹੈ? ਕਿਉਂਕਿ ਸਾਨੂੰ ਮਨ ਕਰਕੇ ਖੁਸ਼ੀਆਂ ਚਾਹੀਦੀਆਂ ਨੇ, ਮਨ ਕਰਕੇ ਆਨੰਦ, ਸਕੂਨ, ਆਰਾਮ, ਖੇੜਾ ਚਾਹੀਦਾ ਹੈ, ਜਿਹੜਾ ਸਾਡੇ ਸੰਸਾਰੀਆਂ ਦੇ ਕੋਲ ਨਹੀਂ। ਧਿਆਨ ਰੱਖਣਾ, ਭਗਤਾਂ ਦੇ ਕੋਲ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਭਗਤਾਂ ਕੋਲ ਸਦਾ ਲਈ ਵਿਗਾਸ ਹੈ, ਖੇੜਾ ਹੈ, ਜਿਹੜਾ ਸਾਡੇ ਕੋਲ ਨਹੀਂ। ਅਸੀਂ ਕਹਿੰਦੇ ਆ ਧਨ ਜਿੰਨਾ ਵਧੇਗਾ ਉਨਾ ਵਿਗਾਸ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਆਉਣਗੀਆਂ, ਜਿੰਨੇ ਦੁਨੀਆ ਦੇ ਧਨ ਪਦਾਰਥ ਹੋਣਗੇ ਉਨੇ ਖੁਸ਼ੀਆਂ ਹੋਣਗੀਆਂ। ਪਰ ਅੱਜ ਤਾਂ ਸੰਸਾਰ ਵਿੱਚ ਵੇਖੋ, ਜਿਹੜੇ ਵੱਡੇ ਵੱਡੇ ਜਿਨ੍ਹਾਂ ਕੋਲ ਬੇਸ਼ੁਮਾਰ ਧਨ ਹੈ, ਬੇਸ਼ੁਮਾਰ ਜ਼ਮੀਨ ਜਾਇਦਾਦ ਦੌਲਤ ਧਨ ਸੰਪਤੀ ਹੈ, ਪਰ ਉਹ ਵੀ ਅੰਦਰੋਂ ਦੁਖੀ ਨੇ। ਵੱਡੇ ਵੱਡੇ ਜੋ ਦੀਸੈ ਲੋਗ ਤਿਨਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਵੀ ਚਿੰਤਾ ਦਾ ਰੋਗ ਲੱਗਾ ਹੋਇਆ। ਖੁਸ਼ੀਆਂ ਤੇ ਉਹਨਾਂ ਕੋਲ ਵੀ ਨਹੀਂ, ਅੰਦਰ ਦਾ ਵਿਗਾਸ ਤੇ ਉਹਨਾਂ ਕੋਲ ਵੀ ਨਹੀਂ। ਇਸ ਲਈ ਸਾਹਿਬ ਕਹਿੰਦੇ ਜਿਹੜੇ ਤੂੰ ਇੱਥੇ ਰੰਗ ਦਾ ਅਰਥ ਆਪਾਂ ਖੁਸ਼ੀਆਂ ਕਰਾਂਗੇ, ਰੰਗ ਦਾ ਅਰਥ ਪ੍ਰੇਮ ਵੀ ਹੁੰਦਾ ਹੈ, ਪਿਆਰ। ਕਹਿਣ ਲੱਗੇ ਜਿਹੜੀਆਂ ਖੁਸ਼ੀਆਂ ਤੈਨੂੰ ਚਾਹੀਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਨਾਰਾਇਣ, ਉਹ ਸੰਸਾਰ ਦਾ ਮਾਲਕ ਪਰਮੇਸ਼ਵਰ ਦੇ ਕੋਲ ਨੇ। ਜਿਹੜੀਆਂ ਖੁਸ਼ੀਆਂ ਤੂੰ ਇਕੱਠੀਆਂ ਕੀਤੀਆਂ ਤੇ ਪਲ ਭਰਦੀਆਂ ਨੇ। ਸਵੇਰੇ ਤੂੰ ਖੁਸ਼ ਹੁੰਨਾ ਤੇ ਦੁਪਹਿਰ ਤੱਕ ਦੁਖੀ ਹੋ ਜਾਣਾ, ਜੇ ਦੁਪਹਿਰ ਨੂੰ ਖੁਸ਼ ਹੁੰਨਾ ਤੇ ਰਾਤ ਤੱਕ ਰੋਣ ਲੱਗ ਜਾਣਾ। ਇੱਕ ਦਿਨ ਸੁੱਖ ਦਾ ਲੰਘਦਾ, ਇੱਕ ਦਿਨ ਦੁੱਖ ਦਾ ਲੰਘਦਾ, ਇੱਕ ਦਿਨ ਹੱਸਦਿਆਂ ਇੱਕ ਦਿਨ ਰੋਂਦਿਆਂ ਲੰਘ ਜਾਂਦਾ। ਇਹ ਤੇ ਪਲ ਭਰ ਦੀਆਂ ਖੁਸ਼ੀਆਂ ਨੇ ਜਿਹੜੀਆਂ ਤੂੰ ਸੰਸਾਰ ਤੋਂ ਇਕੱਠੀਆਂ ਕੀਤੀਆਂ। ਜੇ ਅਸਲ ਖੁਸ਼ੀਆਂ ਲੈਣੀਆਂ ਨੇ ਤੇ ਉਹ ਨਿਰੰਕਾਰ ਦੇ ਕੋਲ ਨੇ। ਤਾਂ ਹੀ ਮਹਾਰਾਜ ਨੇ ਕਿਹਾ ਸੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਸਾਹਿਬ ਕਹਿੰਦੇ ਸਭੇ ਰੰਗ ਨਾਰਾਇਣ ਜੇਤੇ ਮਨ ਪਾਵਨ। ਜਿਹੜੇ ਤੇਰੇ ਮਨ ਨੂੰ ਖੁਸ਼ੀਆਂ ਪਾਉਂਦੀਆਂ ਨੇ ਪਰ ਤੂੰ ਉੱਥੇ ਤੱਕ ਪਹੁੰਚ ਨਹੀਂ ਪਾ ਰਿਹਾ, ਜਿਹੜੇ ਤੇਰੇ ਮਨ ਨੂੰ ਖੁਸ਼ੀਆਂ ਖੇੜਾ ਵਿਗਾਸ ਚਾਹੀਦਾ ਹੈ ਤੈਨੂੰ ਉਹ ਪ੍ਰਾਪਤ ਨਹੀਂ ਹੋ ਰਿਹਾ। ਕਹਿੰਦੇ ਇਹ ਸਾਰੀਆਂ ਦੀਆਂ ਸਾਰੀਆਂ ਖੁਸ਼ੀਆਂ ਉਸ ਨਿਰੰਕਾਰ ਦੇ ਕੋਲੋਂ ਮਿਲਣੀਆਂ ਨੇ। ਉਹਦੇ ਤੋਂ ਬਿਨਾਂ ਤੈਨੂੰ, ਉਹਦੀ ਕਿਰਪਾ ਤੋਂ ਬਿਨਾਂ ਤੈਨੂੰ ਵਿਗਾਸ ਨਹੀਂ ਮਿਲਣਾ। ਉਹਦੀ ਕਿਰਪਾ ਤੋਂ ਬਿਨਾਂ ਤੇਰਾ ਜੀਵਨ ਆਨੰਦਮਈ ਨਹੀਂ ਹੋਣਾ। ਜਪਜੀ ਸਾਹਿਬ ਜੀ ਦੀ ਬਾਣੀ ਹੋਈ ਆਪਾਂ ਇੱਕ ਇੱਕ ਪੌੜੀ ਨੂੰ ਕਮਾ ਲੈਂਦੇ ਨਾ ਤੇ ਸਾਨੂੰ ਭਰਮ ਭਟਕਣਾ ਵਿੱਚ ਪੈਣ ਦੀ ਲੋੜ ਹੀ ਨਹੀਂ ਸੀ ਪੈਣੀ। ਕਿ ਜਿਹੜੀਆਂ ਖੁਸ਼ੀਆਂ ਅਸੀਂ ਇਕੱਠੀਆਂ ਕੀਤੀਆਂ ਇਹ ਤਾਂ ਕੁਝ ਵੀ ਨਹੀਂ ਉਹਦੀ ਕਿਰਪਾ ਤੋਂ ਬਿਨਾਂ। ਉਹਦੀ ਕਿਰਪਾ ਵਿੱਚ ਹੀ ਸਭ ਕੁਝ ਹੈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ, ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ। ਅਸੀਂ ਕਹਿੰਦੇ ਆ ਚੰਗਾ ਨਾਂ ਰਖਾ ਲਿਆ, ਖੁਸ਼ ਹੋ ਗਏ। ਸਾਰੀ ਦੁਨੀਆ ਤੇ ਮੇਰਾ ਜ਼ੋਰ ਚੱਲਣ ਲੱਗ ਗਿਆ, ਖੁਸ਼ ਹੋ ਗਏ। ਚਾਰ ਬੰਦੇ ਮੇਰੇ ਨਾਲ ਚੱਲਣ ਲੱਗ ਪਏ, ਖੁਸ਼ ਹੋ ਗਏ। ਮਹਾਰਾਜ ਜੀ ਕਹਿੰਦੇ ਆ ਜਿੰਨਾ ਉਮਰ ਸਵਾਸ ਰੋਕ ਕੇ ਮੈਂ ਆਪਣੀ ਜ਼ਿੰਦਗੀ ਦੇ ਪਲ ਵਧਾ ਲਏ ਤੇ ਬੜਾ ਖੁਸ਼ ਹੋ ਗਿਆ। ਮਹਾਰਾਜ ਕਹਿੰਦੇ ਬਹੁਤਾ ਖੁਸ਼ ਨਾ ਹੋ, ਕਿਉਂਕਿ ਇਹ ਖੁਸ਼ੀਆਂ ਤੇਰੀਆਂ ਬਾਹਰ ਦੀਆਂ ਨੇ, ਕੁਝ ਪਲਾਂ ਦੀਆਂ ਨੇ। ਜੇ ਤੂੰ ਖੁਸ਼ੀਆਂ ਲੈਣੀਆਂ ਤਾਂ ਉਹਦੀ ਨਜ਼ਰ ਦਾ ਪਾਤਰ ਬਣ, ਉਹਦੀ ਕਿਰਪਾ ਦਾ ਪਾਤਰ ਬਣ। ਚੰਗਾ ਨਾਉ ਰਖਾਏ ਕਿ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ। ਔਰੰਗਜ਼ੇਬ ਕਿੱਡਾ ਖੁਸ਼ ਹੁੰਦਾ ਸੀ ਆਪਣੇ ਤਖਤ ਤੇ ਬੈਠ ਕੇ, ਕਹਿਰ ਢਾ ਕੇ ਤਿਲਕ ਜੰਜੂ ਨੂੰ ਮਿਟਾ ਕੇ ਕਿੰਨਾ ਖੁਸ਼ ਹੁੰਦਾ ਸੀ, ਉੱਚੀ ਉੱਚੀ ਹੱਸਦਾ ਸੀ ਜਦੋਂ ਪਤਾ ਲੱਗਦਾ ਸੀ ਵੀ ਇੰਨੇ ਮਣ ਜਨਊ ਸਾੜ ਦਿੱਤਾ, ਇੰਨੇ ਤਿਲਕ ਮਿਟਾ ਦਿੱਤੇ, ਇੰਨੇ ਮੱਥੇ ਭੰਨ ਦਿੱਤੇ, ਇੰਨੇ ਧਰਮ ਦੇ ਅਸਥਾਨ ਤੋੜ ਦਿੱਤੇ। ਆਪਣੇ ਤਖਤ ਤੇ ਬੈਠ ਕੇ ਬੜਾ ਖੁਸ਼ ਹੁੰਦਾ ਸੀ। ਅੱਜ ਬਾਤ ਨਾ ਪੁੱਛਿਆ ਕਿ ਕੋਈ ਬਾਤ ਨਹੀਂ ਪੁੱਛਦਾ। ਇੱਕ ਜ਼ਿੰਦਗੀ ਦਾ ਮੋੜ ਐਸਾ ਆ ਗਿਆ ਜਿੱਥੇ ਕੋਈ ਬਾਤ ਨਹੀਂ ਪੁੱਛਦਾ। ਆ ਚਾਰ ਖੁਸ਼ੀਆਂ ਦੇ ਵਿੱਚ ਅਸੀਂ ਭੁੱਲ ਗਏ ਅਕਾਲ ਪੁਰਖ ਪਰਮੇਸ਼ਵਰ ਨੂੰ। ਇਸ ਲਈ ਕਹਿ ਰਹੇ ਨੇ ਕਿ ਜਿੰਨੇ ਰੰਗ ਜਿੰਨੀਆਂ ਖੁਸ਼ੀਆਂ ਨੇ ਸਾਰੀਆਂ ਨਿਰੰਕਾਰ ਕੋਲੋਂ ਮਿਲਣੀਆਂ ਨੇ, ਜਿਹੜੇ ਤੇਰੇ ਮਨ ਨੂੰ ਭਾਉਂਦੀਆਂ ਨੇ ਪਰ ਤੈਨੂੰ ਮਿਲਦੀਆਂ ਨਹੀਂ।
ਤੇਰੇ ਮਨ ਨੂੰ ਜਿੰਨੀਆਂ ਖੁਸ਼ੀਆਂ ਚਾਹੀਦੀਆਂ ਨੇ ਉਹ ਸਾਰੀਆਂ ਨਿਰੰਕਾਰ ਦੇ ਨਾਮ ਨਾਲ ਜੁੜ ਕੇ ਹੀ ਮਿਲਣੀਆਂ ਹਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਹੁਣ ਜਿਹਨੂੰ ਸਮਝ ਆ ਗਈ, ਇੱਥੇ ਆ ਕੇ ਫਿਰ ਉਹਦੇ ਹੁਕਮ ਨੂੰ ਮੰਨਣਾ, ਉਹਦੇ ਹੁਕਮ ਵਿੱਚ ਚੱਲਣਾ, ਉਹਦੇ ਹੁਕਮ ਦੇ ਵਿੱਚ ਰਹਿਣਾ ਇੱਥੇ ਆ ਜਾਏਗਾ। ਜਦੋਂ ਸਾਨੂੰ ਸਮਝ ਆ ਗਈ ਕਿ ਜੁੜਨਾ ਕਿਹਦੇ ਨਾਲ ਹੈ, ਜਦੋਂ ਸਮਝ ਆ ਗਈ ਕਿ ਪੱਲਾ ਦਾਮਨ ਕਿਹਦਾ ਪਕੜਨਾ ਹੈ, ਜਦੋਂ ਸਮਝ ਆ ਗਈ ਕਿ ਸਾਰੀਆਂ ਦੀਆਂ ਸਾਰੀਆਂ ਖੁਸ਼ੀਆਂ ਕਿਹਦੇ ਵਿੱਚੋਂ, ਚਰਨਾਂ ਵਿੱਚੋਂ ਮਿਲਣੀਆਂ ਨੇ, ਕਹਿੰਦੇ ਫਿਰ ਉਹ ਆ ਕੇ ਨਾਨਕ ਗਰੀਬ ਢਹਿ ਪਿਆਂ ਦੁਆਰ। ਫਿਰ ਉਹ ਢਹਿ ਪੈਂਦਾ ਵੀ ਮਾਲਕਾ ਮੈਂ ਤਾਂ ਹੁਣ ਸਮਝ ਆਈ ਕਿ ਜੁੜਨਾ ਕਿੱਥੇ ਸੀ ਤੇ ਗੁਣ ਕਿਹਦਾ ਖਜ਼ਾਨਾ ਨਾਮ ਦਾ ਮਾਣਕ ਮੋਤੀ ਦੇ ਰੂਪ ਵਿੱਚ ਇਕੱਠਾ ਕਰਨਾ ਸੀ, ਔਰ ਸਾਰੀਆਂ ਖੁਸ਼ੀਆਂ ਕਿਹਦੇ ਕਦਮਾਂ ਵਿੱਚ ਸੀ। ਹੁਣ ਸਮਝ ਆਈ ਤੇ ਮੈਂ ਢਹਿ ਪਿਆ। ਹੁਣ ਜੋ ਤੂੰ ਹੁਕਮ ਕਰੇਗਾ ਉਹੀ ਹੋਏਗਾ, ਇਹ ਮੈਨੂੰ ਪਤਾ ਲੱਗ ਗਿਆ। ਹੁਣ ਜੋ ਤੂੰ ਹੁਕਮ ਕਰੇਗਾ ਉਹੀ ਹੋਏਗਾ ਤੇ ਉਹੀ ਤੇਰੇ ਚਰਨਾਂ ਵਿੱਚ ਜਿਹੜਾ ਜੀ ਢਹਿ ਪਿਆ ਨਾ ਉਹੀ ਹੁਣ ਤੇਰੇ ਹੁਕਮ ਵਿੱਚ ਚੱਲੇਗਾ। ਹੁਣ ਤੇਰੇ ਹੁਕਮ ਤੋਂ ਬਾਹਰ ਨਹੀਂ, ਇੱਥੇ ਆ ਕੇ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਏ ਖੜੋਵਣਾ। ਹੁਣ ਜਿਵੇਂ ਜਿੱਦਾਂ ਜਿਸ ਹਾਲਤ ਵਿੱਚ ਤੂੰ ਮੈਨੂੰ ਖੜਾਏਗਾ ਮੈਂ ਖਲੋ ਕੇ ਤੇਰੇ ਹੁਕਮ ਵਿੱਚ ਬਸ ਤੇਰੇ ਹੁਕਮ ਨੂੰ ਮੰਨਾਂਗਾ। ਮੈਂ ਕਦੇ ਤੇਰੇ ਹੁਕਮ ਤੋਂ ਬਾਹਰ ਨਹੀਂ ਹੋਵਾਂਗਾ, ਕਿਉਂਕਿ ਇੱਥੇ ਆ ਕੇ ਹੁਕਮ ਦੀ ਸਮਝ ਆ ਗਈ। ਇੱਥੇ ਆ ਕੇ ਗੱਲ ਕਲੀਅਰ ਹੋ ਗਈ ਕਿ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇੱਥੇ ਸਾਹਿਬ ਕਹਿੰਦੇ ਫਿਰ ਜੋ ਉਹ ਪਰਮਾਤਮਾ ਚਾਹੁੰਦਾ ਹੈ, ਹਰੀ ਅਕਾਲ ਪੁਰਖ ਸਾਡੇ ਜੀਵਨ ਦਾ ਮਾਲਕ, ਜੋ ਉਹ ਚਾਹੁੰਦਾ ਹੈ ਉਹੀ ਕੁਝ ਹੁੰਦਾ ਹੈ ਤੇ ਅੱਗੋਂ ਜੀ ਜਿਹੜੇ ਨੇ ਉਹੀ ਕੁਝ ਫਿਰ ਕਰਦੇ ਹਨ। ਜੋ ਪ੍ਰਭ ਕੀਤੇ ਆਪਣੇ ਸਈ ਕਹੀਐ ਧਨ। ਹੁਣ ਇਹ ਅਵਸਥਾ ਗੁਰਮੁਖ ਦੀ ਹੈ, ਮਨਮੁਖ ਨੂੰ ਤੇ ਅਜੇ ਵੀ ਸਮਝ ਨਹੀਂ ਆਈ। ਕਿੰਨੇ ਸਾਲ ਸਾਡੀ ਜ਼ਿੰਦਗੀ ਦੇ ਕਿੰਨੀ ਵਾਰ 12 ਮਾਹ ਪੜਿਆ ਗਿਆ, 12 ਮਾਹਾਂ ਦੇ ਇੱਕ ਇੱਕ ਸ਼ਬਦ ਨੂੰ ਕਿੰਨੀ ਵਾਰ ਆਪਾਂ ਪੜ੍ਹ ਕੇ ਸੁਣ ਚੁੱਕੇ ਹਾਂ, ਵਿਚਾਰ ਚੁੱਕੇ ਹਾਂ ਕਿ ਮੜੀਆਂ ਮਸਾਣਾਂ ਨਾਲ ਜੁੜਨਾ ਅਸੀਂ ਛੱਡ ਦਿੱਤਾ, ਕਿ ਦੇਹਧਾਰੀਆਂ ਦਾ ਪੱਲਾ ਪਕੜਨਾ ਅਸੀਂ ਛੱਡ ਦਿੱਤਾ, ਕਿ ਅਸੀਂ ਆ ਮੰਗਲਵਾਰ ਵੀਰਵਾਰ ਸ਼ਨੀਵਾਰ ਦੇ ਚੱਕਰਾਂ ਵਿੱਚ ਪੈਣਾ ਛੱਡ ਦਿੱਤਾ, ਕਿ ਅਸੀਂ ਆ ਲਾਲ ਪੀਲੇ ਨੀਲੇ ਕਾਲੇ ਧਾਗੇ ਬੰਨਣੇ ਜਿਹੜੇ ਆ ਉਹ ਛੱਡ ਦਿੱਤੇ। ਜੇ ਹਜੇ ਵੀ ਇਹਨਾਂ ਚੱਕਰਾਂ 'ਚ ਪਏ ਹੋਏ ਆ, ਅਸੀਂ ਗੁਰਮੁਖ ਨਹੀਂ ਬਣੇ, ਹਜੇ ਅਸੀਂ ਪ੍ਰਵਾਨ ਵੀ ਨਹੀਂ ਹੋਏ ਤੇ ਅਜੇ ਅਸੀਂ ਧਨ ਵੀ ਨਹੀਂ ਬਣ ਸਕੇ, ਆਪਣੇ ਆਪ ਨੂੰ ਧਨਤਾ ਦੇ ਪਾਤਰ ਨਹੀਂ ਬਣਾ ਸਕੇ। ਕਹਿਣ ਲੱਗੇ ਜਿਨ੍ਹਾਂ ਨੇ ਉਹਦੇ ਹੁਕਮ ਦੇ ਵਿੱਚ ਚੱਲ ਕੇ ਇਹ ਪ੍ਰਵਾਨ ਕਰ ਲਿਆ ਕਿ ਜਿਉਂ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਤੋਂ ਕਰਵਾਉਣਾ ਚਾਹੁੰਦੇ ਹੋ, ਅੱਜ ਤੋਂ ਬਾਅਦ ਮੈਂ ਉਹੀ ਤੁਹਾਡੇ ਹੁਕਮ ਵਿੱਚ ਰਹਿ ਕੇ ਚੱਲ ਕੇ ਕਰਾਂਗਾ, ਭਾਵੇਂ ਦੁੱਖ ਸਮਾਂ ਭਾਵੇਂ ਸੁੱਖ ਸਮਾਂ, ਭਾਵੇਂ ਰੱਜ ਕੇ ਖਾਵਾਂ ਭਾਵੇਂ ਭੁੱਖਾ ਸੋਵਾਂ, ਮੈਂ ਤੁਹਾਡੇ ਹੁਕਮ ਤੋਂ ਕਦੇ ਬਾਹਰ ਨਹੀਂ ਹੋਵਾਂਗਾ। ਫਿਰ ਇੱਕ ਦਿਨ ਮੇਰੇ ਮਾਲਕ ਨੇ ਉਹਨੂੰ ਆਪਣਾ ਬਣਾ ਲਿਆ ਵੀ ਇਹ ਮੇਰੇ ਹੁਕਮ ਤੋਂ ਬਾਹਰ ਹੁੰਦਾ ਹੀ ਨਹੀਂ ਹੋਣਾ। ਦੁੱਖ ਵੀ ਹੱਸ ਕੇ ਸਹਿ ਲੈਂਦਾ ਹੈ ਤੇ ਸੁੱਖ ਵਿੱਚ ਵੀ ਹੱਸ ਕੇ ਰਹਿੰਦਾ ਹੈ। ਇਹ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਕਰਕੇ ਚੱਲਦਾ ਪਿਆ, ਨਾ ਕੋਈ ਉਸਤਤ ਨਾ ਕੋਈ ਨਿੰਦਾ ਵਿੱਚ ਪੈਂਦਾ ਹੈ, ਇਹ ਹੁਕਮ ਵਿੱਚ ਚੱਲਦਾ ਹੈ। ਫਿਰ ਉਹਨੂੰ ਕਹਿੰਦੇ ਨੇ ਆਪਣਾ ਬਣਾ ਕੇ ਉਹਨੂੰ ਆਪਣੇ ਨਾਲ ਜੋੜ ਲਿਆ, ਤੇ ਜਿਹਨੂੰ ਆਪਣਾ ਮੇਰੇ ਮਾਲਕ ਨੇ ਬਣਾ ਲਿਆ ਉਹ ਅਸਲ ਵਿੱਚ ਧਨ ਹੈ, ਉਹਨੂੰ ਧਨ ਕਹਿਣਾ ਚਾਹੀਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਨੇ ਜਿਹੜੇ ਉਹਦੇ ਹੁਕਮ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੇਲੇ ਗੁਰੂ ਕਾ ਇੱਕ ਸਿੰਘ ਰੋਜ਼ ਲੱਕੜਾਂ ਲੈ ਕੇ ਆਉਂਦਾ ਹੈ। ਇੱਕ ਦਿਨ ਆਉਂਦੇ ਆਉਂਦੇ ਪੈਰ ਵਿੱਚ ਕੋਈ ਠੇਡਾ ਵੱਜਾ ਜਾਂ ਕੰਡਾ ਵੱਜਾ ਹੋਏਗਾ, ਜ਼ਖਮ ਹੋ ਗਿਆ, ਥੋੜਾ ਜਿਹਾ ਲੰਗੜਾ ਕੇ ਤੁਰਦਾ ਸੀ, ਸ਼ਾਇਦ ਭਾਈ ਝੰਡਾ ਸਿੰਘ ਨਾਮ ਹੈ। ਕਹਿੰਦੇ ਗੁਰੂ ਸਾਹਿਬ ਨੇ ਆਖਿਆ ਵੀ ਭਾਈ ਸੱਜਣਾ ਕਿਉਂ ਥੋੜਾ ਲੰਗੜਾ ਕੇ ਤੁਰਦਾ, ਕੀ ਹੋਇਆ? ਕਹਿਣ ਲੱਗੇ ਮਹਾਰਾਜ ਜ਼ਖਮ ਹੋ ਗਿਆ ਇੱਕ ਪੈਰ ਵਿੱਚ, ਤੇ ਸਾਹਿਬ ਕਹਿੰਦੇ ਜੁੱਤੀ ਨਾ ਪਾ। ਹੁਣ ਗੁਰੂ ਸਾਹਿਬ ਦੇ ਕਹਿਣ ਦਾ ਤਰੀਕਾ ਸੀ ਵੀ ਜਿੰਨਾ ਚਿਰ ਜ਼ਖਮ ਰਾਜੀ ਨਹੀਂ ਹੁੰਦਾ ਉਨਾ ਚਿਰ ਤੂੰ ਜੁੱਤੀ ਪੈਰ ਵਿੱਚ ਨਾ ਪਾਈ। ਇਹਨੇ ਆਖਿਆ ਵੀ ਗੁਰੂ ਦਾ ਹੁਕਮ ਹੈ ਜੁੱਤੀ ਨਾ ਪਾ, ਇਹਨੇ ਦੋਵੇਂ ਲਾਤੀਆਂ। ਪੈਰਾਂ ਦੇ ਵਿੱਚ ਜਿਹੜਾ ਜੋੜਾ ਪਾਇਆ ਦੋਵੇਂ ਉਤਾਰ ਕੇ ਨੰਗੇ ਪੈਰੀ ਜੰਗਲ ਵਿੱਚ ਜਾ ਕੇ ਲੱਕੜਾਂ ਕੱਟ ਕੇ ਲਿਆਉਂਦਾ। ਹੁਣ ਪਹਿਲੇ ਪੈਰ ਵਿੱਚ ਜ਼ਖਮ ਸੀ, ਹੁਣ ਦੂਜੇ 'ਚ ਵੀ ਹੋ ਗਿਆ। ਦੋਵੇਂ ਪੈਰ ਜ਼ਖਮੀ ਹੋਏ ਨੇ ਪਰ ਲੱਕੜਾਂ ਕੱਟ ਕੇ ਲਿਆਉਣੀਆਂ ਸੇਵਾ ਨਹੀਂ ਛੱਡੀ।
ਸਿਰ ਤੇ ਰੱਖ ਕੇ ਲੱਕੜਾਂ ਤੇ ਬੜਾ ਔਖਾ ਹੋ ਕੇ ਤੁਰਿਆ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ, ਸਾਹਿਬ ਜੀ ਨੇ ਵੇਖਿਆ ਵੀ ਬੜਾ ਔਖਾ ਹੋ ਕੇ ਤੁਰਦਾ ਪਿਆ। ਕੋਲ ਆਏ, ਲੱਕੜਾਂ ਦੀ ਪੰਡ ਉਤਰਵਾ ਕੇ ਕਹਿੰਦੇ ਸੱਜਣਾ ਇਹ ਪੈਰਾਂ ਵਿੱਚ ਜੋੜਾ ਕਿਉਂ ਨਹੀਂ ਪਾਇਆ? ਕਹਿੰਦੇ ਮਹਾਰਾਜ ਜੀ ਤੁਹਾਡਾ ਹੀ ਹੁਕਮ ਹੋਇਆ ਸੀ ਕਿ ਪੈਰਾਂ ਵਿੱਚ ਜੋੜਾ, ਇੰਨਾ ਦੁੱਖ ਸਹਿ ਲਿਆ ਪਰ ਫਿਰ ਵੀ ਕਹਿੰਦਾ ਤੁਹਾਡਾ ਹੁਕਮ ਕਿ ਜੋੜਾ ਨਹੀਂ ਪਾਉਣਾ। ਸਾਹਿਬ ਕਹਿੰਦੇ ਕਦੋਂ? ਕਹਿੰਦੇ ਜਦੋਂ ਇੱਕ ਪੈਰ ਵਿੱਚ ਥੋੜਾ ਜਿਹਾ ਜ਼ਖਮ ਸੀ, ਹੁਣ ਦੋਵੇਂ ਪੈਰ ਲਹੂ ਲੁਹਾਨ ਜ਼ਖਮੀ ਹੋਏ। ਸਤਿਗੁਰੂ ਜੀ ਨੇ ਵੇਖਿਆ ਕਿੱਡਾ ਹੁਕਮ ਵਿੱਚ ਚੱਲਣ ਵਾਲਾ, ਪਹਿਲੇ ਤੇ ਆਪਣੇ ਸੀਨੇ ਨਾਲ ਲਾਇਆ, ਫਿਰ ਦੂਜਾ ਕੋਲ ਬੈਠ ਕੇ ਸਾਹਿਬ ਨੇ ਉਹਦੇ ਪੈਰ ਜਿਹੜੇ ਨੇ ਉਹਦੇ ਲਹੂ ਨਾਲ ਭਿੱਜੇ ਸਾਫ਼ ਕੀਤੇ ਤੇ ਘੋੜੇ ਤੇ ਸਵਾਰ ਹੋ ਕੇ ਪਿੱਛੇ ਆਪ ਸਾਹਿਬ ਨੇ ਉਹਨੂੰ ਬਿਠਾ ਕੇ ਤੇ ਆਪ ਨਾਲ ਲੈ ਕੇ ਉਹਦੇ ਪੈਰਾਂ ਦੀ ਮੱਲਮ ਪੱਟੀ ਕਰਦੇ। ਕਿਹਦੀ? ਜਿਹਨੇ ਗੁਰੂ ਦਾ ਹੁਕਮ ਦੁੱਖ ਵਿੱਚ ਵੀ ਮੰਨ ਲਿਆ, ਜਿਹਨੇ ਦੁੱਖ ਵਿੱਚ ਸੁਖ ਮਨਾਈ ਵਾਲੀ ਅਵਸਥਾ ਬਣਾ ਲਈ, ਉਹ ਨੇ ਅਸਲ ਵਿੱਚ ਧਨ। ਮਾੜੀ ਜੀ ਕਿਤੇ ਦੁੱਖ ਦੀ ਹਵਾ ਚੱਲੇ ਅਸੀਂ ਡੋਲ ਕੇ ਕਿਸੇ ਹੋਰ ਅੱਗੇ ਜਾ ਕੇ ਨੱਕ ਰਗੜੀਏ, ਉਹ ਧਨ ਨਹੀਂ ਕਿਹਾ ਜਾ ਸਕਦਾ। ਤੇ ਨਾ ਹੀ ਮਾਲਕ ਨੇ ਉਹਨੂੰ ਆਪਣਾ ਬਣਾਉਣਾ। ਉਹਨੇ ਕਹਿਣਾ ਮਤਲਬ ਲਈ ਇੱਧਰ ਆ ਜਾਣਾ, ਮਤਲਬ ਨਿਕਲਦਾ ਕਿਤੇ ਹੋਰ ਤੁਰ ਜਾਣਾ, ਤੂੰ ਕਾਹਦਾ ਮੇਰਾ ਆਪਣਾ? ਤੂੰ ਤੇ ਜਿਵੇਂ ਸਮਾਂ ਬਦਲਦਾ ਗਿਰਗਟ ਰੰਗ ਬਦਲਦੀ ਹੈ, ਤੂੰ ਵੀ ਰੰਗ ਬਦਲ ਜਾਣਾ। ਇਸ ਲਈ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਹਨੇ ਉਹਦੇ ਹੁਕਮ ਨੂੰ, ਉਹਦਾ ਦਾਮਨ, ਉਹਦਾ ਪੱਲਾ ਪਕੜ ਕੇ ਹਰ ਵੇਲੇ ਉਹਦੇ ਹੁਕਮ ਵਿੱਚ ਤੁਰਨਾ, ਉਹਦੇ ਹੁਕਮ ਨੂੰ ਮੰਨਣਾ, ਉਹਦੇ ਭਾਣੇ ਦੇ ਵਿੱਚ ਰਹਿਣਾ, ਉਹਨੂੰ ਮੇਰੇ ਮਾਲਕ ਨੇ ਇੱਕ ਦਿਨ ਆਪਣਾ ਬਣਾ ਕੇ ਉਹਨੂੰ ਮਹਾਨ ਕਰ ਦਿੱਤਾ। ਉਹਨੂੰ ਅਸਲ ਵਿੱਚ ਧਨ ਕਹਿਣਾ ਚਾਹੀਦਾ ਹੈ। ਆਪਣ ਲਿਆ ਜੇ ਮਿਲੈ ਵਿਛੜ ਕਿਉ ਰਵਾਨਾ। ਹੁਣ ਧਿਆਨ ਰੱਖਿਓ, ਆਪਣਾ ਕਿਹਨੂੰ ਕੀਤਾ ਤੇ ਧਨ ਕਿਹਨੂੰ ਬਣਾਇਆ? ਜਿਹੜਾ ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਤੁਰਿਆ, ਜਿਹੜਾ ਗੁਰੂ ਦੀ ਕਿਰਪਾ ਨਾਲ ਉਹਦੇ ਗਿਆਨ ਦੀ ਬਖਸ਼ਿਸ਼ ਲੈ ਕੇ ਜਿਹਨੇ ਉਹਦਾ ਦਾਮਨ ਪਕੜ ਲਿਆ। ਤੇ ਸਾਹਿਬ ਜੀ ਕਹਿੰਦੇ ਜੇ ਤੁਸੀਂ ਗੁਰੂ ਦੇ ਗਿਆਨ ਤੋਂ ਬਿਨਾ ਤੇ ਪਰਮੇਸ਼ਵਰ ਦੇ ਆਸਰੇ ਤੋਂ ਬਿਨਾ ਤੁਸੀਂ ਇਹ ਵਿਛੋੜਾ ਮਿਲਾਪ ਵਿੱਚ ਬਦਲ ਸਕਦੇ ਹੋ, ਤੇ ਫਿਰ ਜੇ ਬਦਲ ਸਕਦੇ ਹੋ ਫਿਰ ਵਿਛੜ ਕੇ ਰੋਂਦੇ ਕਿਉਂ? ਆਪਣ ਲਿਆ ਜੇ ਮਿਲੇ, ਜੇ ਸਾਡੇ ਆਪਣੀ ਮਤ ਅਕਲ ਬੁੱਧ ਨਾਲ, ਸਿਆਣਪ ਚਤੁਰਾਈ ਚਲਾਕੀ ਨਾਲ ਜੇ ਸਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੋਵੇ, ਵਿਛੜ ਕਿਉਂ ਰੋਵਨ? ਫਿਰ ਉਹਦੇ ਤੋਂ ਵਿਛੜ ਕੇ ਕਿਉਂ ਰੋਂਦੇ ਹੋ? ਕਹਿਣ ਲੱਗੇ ਫਿਰ ਕਿਉਂ ਤਰਲੇ ਲੈਂਦੇ ਹੋ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ, ਪ੍ਰਭ ਕੀ ਸਾਮ ਕਿਉਂ ਤਰਲੇ ਲੈਂਦੇ ਹੋ? ਜੇ ਤੁਹਾਡੀ ਆਪਣੀ ਮਤ ਨਾਲ, ਅਕਲ ਨਾਲ, ਬੁੱਧ ਨਾਲ, ਸਿਆਣਪ ਨਾਲ ਤੁਹਾਡਾ ਵਿਛੋੜਾ ਮਿਲਾਪ ਵਿੱਚ ਬਦਲ ਸਕਦਾ ਹੈ, ਫਿਰ ਇੰਨੇ ਦੁੱਖ ਕਿਉਂ ਭੋਗਦੇ ਪਏ ਹੋ? ਇਹਦਾ ਮਤਲਬ ਸਾਡੀ ਅਕਲ, ਬੁੱਧ, ਮਤ ਉੱਥੇ ਕੰਮ ਨਹੀਂ ਕਰਨੀ, ਸਾਡੀ ਸਿਆਣਪ, ਸਾਡੀ ਚਤੁਰਾਈ ਉੱਥੇ ਕੰਮ ਨਹੀਂ ਕਰੇਗੀ। ਅਸੀਂ ਆਪਣੇ ਤਰੀਕੇ ਨਾਲ ਮਿਲਣਾ ਚਾਹਿਆ, ਕਿਸ ਤਰ੍ਹਾਂ? ਕਹਿੰਦੇ ਜੀ ਸੁਚਮਤਾ ਰੱਖੋ ਬਾਹਰ ਦੀ, ਮਨ ਭਾਵੇਂ ਸੁੱਚਾ ਨਾ ਹੋਵੇ ਪਰ ਮੁਖ ਸੁੱਚਾ ਹੋਣਾ ਚਾਹੀਦਾ ਹੈ। ਮਨ ਅੰਦਰ ਭਾਵੇਂ ਸੁੱਚਾ ਨਾ ਹੋਵੇ, ਹੱਥ ਸੁੱਚੇ ਹੋਣੇ ਚਾਹੀਦੇ ਆ, ਬਾਹਰੋਂ ਚੌਂਕਾ ਸੁੱਚਾ ਹੋਣਾ ਚਾਹੀਦਾ ਹੈ। ਬਾਹਰੋਂ ਕੋਈ ਨੀਵੀਂ ਜਾਤ ਵਾਲਾ ਨਹੀਂ ਮੇਰੇ ਚੌਂਕੇ ਵਿੱਚ ਆਉਣਾ ਚਾਹੀਦਾ, ਨੀਵੀਂ ਜਾਤ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ। ਕੋਈ ਕਹਿੰਦਾ ਜੀ ਇਦਾਂ ਕਰੋ, ਵਰਤ ਰੱਖ ਲਓ, ਇਹ ਆਪਣੀ ਆਪਣੀ ਸਿਆਣਪ ਹੈ ਨਾ, ਵੀ ਜੇ ਇਦਾਂ ਹੀ ਮਿਲਣਾ ਹੋਵੇ ਤੇ ਫਿਰ ਕਿਉਂ ਨਹੀਂ ਉਹਦੇ ਨਾਲ ਮਿਲਾਪ ਹੁੰਦਾ? ਸਾਹਿਬ ਜੀ ਕਹਿੰਦੇ ਕਿਸੇ ਨੇ ਆਖਿਆ ਸੁਚਮਤਾ ਰੱਖ ਲਓ, ਕਿਸੇ ਨੇ ਆਖਿਆ ਵਰਤ ਰੱਖ ਲਓ, ਕਿਸੇ ਨੇ ਆਖਿਆ ਮੌਨ ਧਾਰ ਲਓ, ਵੀ ਮੌਨ ਧਾਰ ਲਓ ਤੁਹਾਨੂੰ ਉਹ ਮਿਲ ਜਾਏਗਾ। ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਕੱਟ ਦਿੱਤੀਆਂ। ਕਹਿੰਦੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਇਕੱਠੀਆਂ ਕਰ ਲੈ, ਪਰ ਆਪਣੇ ਆਪ ਆਪਣੀ ਸਿਆਣਪ ਨਾਲ ਮਿਲਾਪ ਨਹੀਂ ਹੋਣਾ। ਜੇ ਆਪਣੀ ਸਿਆਣਪ ਨਾਲ ਮਿਲਾਪ ਹੋਵੇ ਫਿਰ ਵਿਛੜ ਕੇ ਰੋਣਾ ਹੀ ਕਿਉਂ ਹੈ? ਫਿਰ ਤੇ ਸਾਡੇ ਰੋਣੇ ਮੁੱਕ ਜਾਣ, ਸਾਡੇ ਦੁੱਖ ਮੁੱਕ ਜਾਣ। ਨਹੀਂ, ਸਾਨੂੰ ਆਪਣੀ ਅਕਲ, ਮਤ, ਬੁੱਧ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਚਰਨਾਂ 'ਚ ਜੁੜ ਕੇ, ਸਾਨੂੰ ਗੁਰੂ ਦਾ ਗਿਆਨ ਲੈ ਕੇ ਰੱਬੀ ਬਾਣੀ ਦਾ ਅਭਿਆਸ ਕਰਕੇ ਇੱਕ ਦਾ ਦਾਮਨ ਪਕੜਨਾ ਪਏਗਾ।
ਤਾਂ ਇਹ ਵਿਛੋੜਾ ਮਿਲਾਪ ਵਿੱਚ ਬਦਲਦਾ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਸਾਹਿਬ ਜੀ ਕਹਿੰਦੇ ਸਾਧੂ ਸੰਗ ਪ੍ਰਾਪਤੇ, ਸਾਧੂ ਦਾ ਅਰਥ ਗੁਰੂ, ਸੰਗ ਦਾ ਅਰਥ ਸੰਗਤ। ਜਦੋਂ ਤੁਹਾਨੂੰ ਪੂਰੇ ਗੁਰੂ ਦੀ ਸੰਗਤ ਮਿਲੇਗੀ ਤਾਂ ਤੁਹਾਡਾ ਵਿਛੋੜਾ ਮਿਲਾਪ ਵਿੱਚ ਬਦਲੇਗਾ, ਤਾਂ ਉਸ ਸੱਜਣ ਦੀ ਪ੍ਰਾਪਤੀ ਹੋਣੀ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਜਿੱਥੇ ਮਰਜ਼ੀ ਤੁਰੇ ਰਹੀਏ, ਗੁਰੂ ਤੋਂ ਬਿਨਾਂ ਸਮਝ ਨਹੀਂ ਆਏਗੀ। ਸਾਧੂ ਸੰਗ ਪ੍ਰਾਪਤੇ, ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਕਰਕੇ ਉਹਦੀ ਪ੍ਰਾਪਤੀ ਹੋ ਗਈ, ਉਹ ਸਾਰੇ ਰੰਗ ਮਾਣਦੇ ਨੇ। ਰੰਗ ਦਾ ਮਤਲਬ ਖੁਸ਼ੀਆਂ। ਉਹ ਮਨ ਕਰਕੇ ਆਤਮਿਕ ਤਲ ਤੇ ਸਾਰੀਆਂ ਖੁਸ਼ੀਆਂ ਨੂੰ ਮਾਣਦੇ ਹਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਸਾਹਿਬ ਜੀ ਕਹਿੰਦੇ ਆ ਜਿਹੜਾ ਤੁਸੀਂ ਦਿਨਾਂ ਦੇ ਇਸ ਸਮੇਂ ਵਿੱਚ, ਇਸ ਬਾਹਰ ਦੇ ਮਾਹੌਲ ਵਿੱਚ, ਬਾਹਰ ਦੇ ਮਹੀਨਿਆਂ ਨਾਲ ਤੁਸੀਂ ਜੁੜੇ ਹੋ, ਇਹ ਤੁਹਾਡੇ ਲਈ ਸਾਰਾ ਰੰਗੀਲਾ ਹੋ ਜਾਏਗਾ ਜਦੋਂ ਤੁਸੀਂ ਕੱਚੇ ਰੰਗ ਨੂੰ ਛੱਡ ਕੇ ਪੱਕੇ ਰੰਗ ਨਾਲ ਜੁੜ ਜਾਓ। ਜਦੋਂ ਕੱਚੇ ਰੰਗ ਨੂੰ ਛੱਡ ਕੇ ਸੱਚੇ ਰੰਗ ਨਾਲ ਜੁੜ ਜਾਓਗੇ, ਤੇ ਰੰਗਣ ਵਾਲਾ ਵੀ ਉਹ ਸਾਹਿਬ ਹੋਣਾ ਚਾਹੀਦਾ ਹੈ, ਬੰਦਾ ਨਹੀਂ ਹੋਣਾ ਚਾਹੀਦਾ। ਰੰਗਣ ਵਾਲਾ, ਜੇ ਰੰਗੈ ਸਾਹਿਬ ਐਸਾ ਰੰਗ ਨਾ ਨੀਠ, ਰੰਗਣ ਵਾਲਾ ਉਹ ਮਾਲਕ ਆਪ ਹੋਵੇ, ਤੇ ਕਹਿਣ ਲੱਗੇ ਫਿਰ ਤੁਹਾਡਾ ਇਹ ਸਾਰਾ ਸਮਾਂ ਜ਼ਿੰਦਗੀ ਦਾ, ਤੁਹਾਡੀ ਜ਼ਿੰਦਗੀ ਦਾ ਇੱਕ ਇੱਕ ਪਲ ਰੰਗੀਲਾ ਖੁਸ਼ੀਆਂ ਨਾਲ ਭਰ ਜਾਏਗਾ। ਤੁਹਾਡੇ ਘਰ ਵਿੱਚ, ਬਾਹਰ, ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਤੁਹਾਡੇ ਜੀਵਨ 'ਚ ਹੋਣਗੀਆਂ। ਪਰ ਸ਼ਰਤ ਰੱਖੀ ਹੈ, ਜਿਨ੍ਹਾਂ ਦੇ ਭਾਗ ਮਥਨ, ਜਿਹਦੇ ਭਾਗ ਚੰਗੇ ਹੋਣਗੇ, ਜਿਹਦੇ ਮਸਤਕ ਦੇ ਭਾਗ ਚੰਗੇ ਹੋਣਗੇ। ਅਸੀਂ ਗੁਰੂ ਦੁਆਰੇ ਕਿਉਂ ਆਉਣਾ ਹੈ? ਇਸੇ ਲਈ ਤੇ ਆਉਣਾ ਸਾਡੇ ਭਾਗ ਚੰਗੇ ਹੋਣ। ਅਸੀਂ ਮੰਦੇ ਭਾਗਾਂ ਵਾਲੇ ਭਟਕ ਰਹੇ ਹਾਂ ਸੰਸਾਰ ਵਿੱਚ। ਗੁਰੂ ਸਾਹਿਬ ਤੁਹਾਡੇ ਅੱਗੇ ਆ ਕੇ ਮੱਥਾ ਕਿਉਂ ਅਸੀਂ ਟੇਕਦੇ ਹਾਂ? ਇਸੇ ਲਈ ਟੇਕਦੇ ਹਾਂ ਵੀ ਸਾਡੇ ਭਾਗ ਚੰਗੇ ਹੋ ਜਾਣ, ਸਾਡੇ ਚੰਗੇ ਭਾਗ ਹੋਣ, ਚੰਗੀ ਸਾਨੂੰ ਸੋਝੀ ਆ ਜਾਏ, ਜਿਹਦੇ ਨਾਲ ਚੰਗੇ ਭਾਗ ਲੈ ਕੇ ਅਸੀਂ ਉਸ ਮਾਲਕ ਦੇ ਰੰਗ ਵਿੱਚ ਰੰਗਿਆ ਹੋਇਆਂ ਇਹ ਸਾਰਾ ਸਮਾਂ ਜ਼ਿੰਦਗੀ ਦਾ ਰੰਗੀਲਾ ਬਣਾ ਲਈਏ। ਭਾਵ ਖੁਸ਼ੀਆਂ ਨਾਲ ਆਪਣੇ ਜੀਵਨ ਨੂੰ ਅਸੀਂ ਭਰ ਸਕਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਦੇ ਰਾਹੀਂ ਸਾਨੂੰ ਇੱਕ ਮੈਸੇਜ, ਪੈਗਾਮ ਦਿੱਤਾ ਹੈ ਕਿ ਵੱਖ-ਵੱਖ ਥਾਵਾਂ ਤੇ ਜੁੜਨ ਦੀ ਬਜਾਏ ਹਰ ਜੇਠ ਜੁੜਨ ਦਾ ਲੋੜੀਏ। ਇੱਕ ਨਾਲ ਜੁੜਨ ਦੀ ਅੱਜ ਲੋੜ ਹੈ, ਜਿਹਦੇ ਨਾਲ ਤੁਸੀਂ ਜੁੜ ਕੇ ਫਿਰ ਤੁਹਾਨੂੰ ਕਿਸੇ ਹੋਰ ਨਾਲ ਜੁੜਨ ਦੀ ਲੋੜ ਨਹੀਂ ਪਏਗੀ। ਸਾਰੀਆਂ ਖੁਸ਼ੀਆਂ, ਸਾਰੇ ਰੰਗ ਜਿਹੜੇ ਤੁਸੀਂ ਮੰਨਣਾ ਚਾਹੁੰਦੇ ਹੋ, ਉਹ ਸਾਰੇ ਦੇ ਸਾਰੇ ਰੱਬੀ ਬਾਣੀ ਪਰਮੇਸ਼ਵਰ ਦੇ ਨਾਮ ਵਿੱਚ ਨੇ। ਇਸ ਲਈ ਤੁਸੀਂ ਜੋ ਖੁਸ਼ੀਆਂ ਚਾਹੁੰਦੇ ਹੋ, ਤੇ ਫਿਰ ਉਹਦੇ ਲਈ ਇੱਕ ਨਾਮ ਦੀ ਮੰਗ ਮੰਗੋ, ਜਿਹਦੇ ਵਿੱਚ ਤੁਹਾਨੂੰ ਸਾਰੇ ਸੁੱਖ ਮਿਲ ਜਾਣ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇਹੀ ਨਾਮ ਆਪਾਂ ਮੰਗਣਾ। ਸਾਡਾ ਆਉਣ ਵਾਲਾ ਸਮਾਂ ਸਾਰਾ ਹੀ ਸੁਹਾਵਣਾ ਤੇ ਖੁਸ਼ੀਆਂ ਭਰਿਆ ਬਣ ਜਾਏਗਾ। ਆਗਿਆ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਹੀਂ। ਅਸੀਂ ਜਿਸ ਨਾਲ ਖੁਸ਼ੀਆਂ ਮਿਲਣ, ਉਹ ਰਾਹ ਤੁਰ ਕੇ ਉਹ ਦਾਤ ਮੰਗੀਏ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ।
ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਸਤਿਗੁਰੂ ਜੀ ਦੇ ਚਰਨਾਂ 'ਚ ਜੁੜ ਕੇ ਨਾਮ ਦੀ ਬਖਸ਼ਿਸ਼ ਲਈਏ, ਗੁਰੂ ਸੰਗਤ ਦੀ ਦਾਤ ਪ੍ਰਾਪਤ ਕਰੀਏ, ਤਾਂ ਕਿ ਚੰਗੇ ਭਾਗ ਲੈ ਕੇ ਅਸੀਂ ਆਪਣੇ ਜੀਵਨ ਨੂੰ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਵਰਗਾ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਦੇ ਨਾਲ ਜੋੜਨ, ਗੁਰੂ ਸਾਹਿਬ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ, ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿ ਗੁਰ ਪ੍ਰਸਾਦ।